मैं दसना चाहना सारिਆਂ ਨੂੰ कि मैं 2013 ਚੋਂ ਜਸਟਿਨ ਟਰੂਡੋ ਹੋਣਾ ਨਾਲ ਕੰਮ ਕਰਨਾ ਪਿਆ। ਸ਼ੁਰੂ ਤੋਂ ਉਹਨਾਂ ਦੀ ਸਪੋਰਟ ਕੀਤੀ, ਉਹਨਾਂ ਦਾ ਮੈਂ ਫੰਡ ਰੇਜ਼ਿੰਗ ਚੇਅਰ ਸੀ BC ਵਿੱਚ, ਤੇ ਉਸ ਤੋਂ ਬਾਅਦ ਫਿਰ ਮੈਂ ਕਾਫੀ ਐਕਟਿਵ ਹਾਂ ਇਸ ਟਾਈਮ ਦੇ ਵਿੱਚ ਵੀ। ਮੈਂ ਜਿਹੜੇ ਆਪਣੇ ਕੈਂਡੀਡੇਟ ਨੇ ਲੋਕਲ, ਮੈਂ ਸਾਰਿਆਂ ਨੂੰ ਡਿਸਕਲੋਜ਼ ਕਰਨਾ ਚਾਹੁੰਦਾ ਕਿ ਮੇਰਾ ਜਿਹੜਾ ਪੋਲੀਟੀਕਲ ਮੇਰੀ ਅਲਾਇੰਸ ਹੈ ਮਾਈ ਪਾਰਟੀ ਹੈਗੀ, ਮੈਂ ਕਲੀਅਰਲੀ ਡਿਫਾਈਨ ਕਰਨਾ ਚਾਹੁੰਦਾ, ਇਸ ਕਰਕੇ ਕਿਸੇ ਦੇ ਮਨ 'ਚ ਕੋਈ ਸ਼ੱਕ ਨਾ ਹੋਏ ਕਿ ਪਤਾ ਨਹੀਂ ਕੀ ਗੱਲ ਹੈ। ਇਹਦੇ ਵਿੱਚ ਇਹ ਦੱਸਿਆ ਗਿਆ ਵੀ ਪੈਸੇ ਕਿੰਨੇ ਖਰਚਣੇ ਨੇ, ਪੈਸੇ ਖਰਚਣੇ ਕਿਉਂ ਇੰਪੋਰਟੈਂਟ ਨੇ, ਕਿਸ ਤਰੀਕੇ ਨਾਲ ਲੋਕਾਂ ਨੂੰ ਸਪੋਰਟ ਕੀਤਾ ਗਿਆ, ਕਿਸ ਤਰੀਕੇ ਨਾਲ ਜਿਹੜੀ ਇਕਾਨਮੀ ਸੀ 2000 ਜਦੋਂ ਪਿਛਲੀ ਵਾਰੀ ਇਲੈਕਸ਼ਨ ਤੋਂ ਬਾਅਦ ਇੱਕਦਮ ਪੈਂਡੈਮਿਕ ਆ ਗਿਆ, ਉਸ ਚੀਜ਼ ਨੂੰ ਹੈਂਡਲ ਕਿਸ ਤਰ੍ਹਾਂ ਕੀਤਾ। ਜਿਹੜਾ ਕਿ ਮੈਂ ਸਮਝਦਾ ਕਿ ਹਰ ਇੱਕ ਜਿਹੜੀ ਫੈਮਿਲੀ ਹੈ ਉਹਦੇ ਵਾਸਤੇ ਇੰਪੋਰਟੈਂਟ ਹੈ। ਜਿਹੜਾ ਕਿ $10 ਡੇ ਕੇਅਰ, ਇਹ ਪਹਿਲਾਂ ਵੀ ਅਨਾਉਂਸਮੈਂਟ ਹੋਈ ਸੀ, ਬੜੇ ਸਾਲ ਪਹਿਲਾਂ ਗੱਲ ਨਹੀਂ ਸੀ ਬਣੀ ਉਦੋਂ। ਹੁਣ ਜਿਹੜਾ ਅਨਾਉਂਸਮੈਂਟ ਕੀਤੀ ਹੈ, ਇਹਦਾ 8 ਜਿਹੜੇ ਪ੍ਰੋਵਿੰਸਸ ਨੇ ਉਹਦੇ ਨਾਲ ਡੀਲ ਬਣੀ ਹੈ ਤਾਂ ਕਿ ਇਹ ਆਉਣ ਵਾਲੇ ਸਮੇਂ ਵਿੱਚ $10 ਡੇ ਕੇਅਰ ਜਿਹੜਾ ਹੋਏਗਾ। ਜਿਹੜਾ ਅਫਗਾਨਿਸਤਾਨ ਦੇ ਵਿੱਚ ਜਿਹੜੇ ਲੋਕ ਫਸੇ ਨੇ, ਜਿਨ੍ਹਾਂ ਨੇ ਸਾਡੇ ਫੌਜੀਆਂ ਦੀ ਮਦਦ ਕੀਤੀ ਹੈ, ਜਾਂ ਜਿਨ੍ਹਾਂ ਨੇ ਨਿਊਜ਼ ਮੀਡੀਆ ਦੀ ਮਦਦ ਕੀਤੀ ਹੈ, ਜਿਨ੍ਹਾਂ ਨੇ ਇੰਟਰਪ੍ਰੀਟੇਸ਼ਨ ਕਰਕੇ ਆਪਣੀ ਲਾਈਫ ਰਿਸਕ ਵਿੱਚ ਪਾ ਕੇ ਜਿਨ੍ਹਾਂ ਨੇ ਕੈਨੇਡਾ ਦੀ ਮਦਦ ਕੀਤੀ ਹੈ, ਉਹਨਾਂ ਦੀ ਹੈਲਪ ਕਰਨੀ ਬੜੀ ਜ਼ਰੂਰੀ ਹੈ। ਇਸ ਟਾਈਮ ਦੇ ਵਿੱਚ ਤੁਸੀਂ ਕਿਤੇ ਚਲੇ ਜਾਓ, ਉੱਥੇ ਐਡਵਰਟਾਈਜ਼ਮੈਂਟ ਹੈਗੀ ਵੀ ਜੌਬਸ ਵਾਸਤੇ, ਨਾਓ ਵੀ ਆਰ ਹਾਇਰਿੰਗ। ਜੇ ਹਾਇਰ ਕਰਦੇ ਪਏ ਨੇ ਤਾਂ ਹੀ ਕਰਦੇ ਪਏ ਨੇ ਵੀ ਜੇ ਸਿਸਟਮ ਚੱਲਦਾ ਪਿਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਡਿਸੀਜ਼ਨ 2021 ਫੈਡਰਲ ਇਲੈਕਸ਼ਨ 20 ਸੈਪਟੈਂਬਰ ਨੂੰ ਹੋ ਰਹੇ ਨੇ ਤੇ ਤੁਹਾਨੂੰ ਪਤਾ ਹੈ ਕਿ ਵਾਰ-ਵਾਰ ਹਰ ਪਾਰਟੀ ਦੇ ਵੱਲੋਂ ਇਹ ਪਲੇਟਫਾਰਮ ਜਿਹੜਾ ਉਹ ਰਿਲੀਜ਼ ਕੀਤਾ ਜਾ ਰਿਹਾ। ਪਹਿਲਾਂ ਕੰਜ਼ਰਵੇਟਿਵ, NDP ਸਾਰਿਆਂ ਨੇ ਆਪਣਾ ਪਲੇਟਫਾਰਮ ਜਾਰੀ ਕਰ ਦਿੱਤਾ ਸੀ, ਪਰ ਇੰਤਜ਼ਾਰ ਹੋ ਰਿਹਾ ਸੀ ਲਿਬਰਲਸ ਦਾ ਕਿ ਲਿਬਰਲਸ ਕਦੋਂ ਆਪਣਾ ਪਲੇਟਫਾਰਮ ਪੂਰੀ ਤਰ੍ਹਾਂ ਜਾਰੀ ਕਰਦੇ ਆ। ਹੁਣ TVC ਦੇ ਵੱਲੋਂ ਜਿਹੜੀ ਡਿਬੇਟ ਕਰਵਾਈ ਜਾ ਰਹੀ ਹੈ, ਫਰੈਂਚ ਡਿਬੇਟ, ਉਸ ਤੋਂ ਇੱਕ ਦਿਨ ਪਹਿਲਾਂ, ਸਿਰਫ ਤੇ ਸਿਰਫ ਇੱਕ ਦਿਨ ਪਹਿਲਾਂ ਇੱਕ ਪੂਰਾ ਪਲੇਟਫਾਰਮ ਜਾਰੀ ਕੀਤਾ ਗਿਆ। 6 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਇਸ ਪਲੇਟਫਾਰਮ ਨੂੰ, ਤੇ ਇਸ ਨੂੰ ਜੇ ਕਹੀਏ ਤਾਂ ਕਹਿ ਸਕਦੇ ਹਾਂ ਕਿ ਇਹ ਪੋਸਟ ਪੈਂਡੈਮਿਕ ਰਿਕਵਰੀ ਪਲਾਨ ਵੀ ਇਹਨੂੰ ਕਿਹਾ ਜਾ ਰਿਹਾ ਕਿ ਬਾਅਦ ਵਿੱਚ ਪੈਂਡੈਮਿਕ ਤੋਂ ਬਾਅਦ ਦੀ ਰਿਕਵਰੀ ਕਿਸ ਤਰ੍ਹਾਂ ਹੋਏਗੀ। ਬਹੁਤ ਸਾਰੇ $1 ਬਿਲੀਅਨ ਜਿਹੜੇ ਨੇ ਉਹ ਲਗਾਏ ਜਾਣ ਦਾ ਵਾਅਦਾ ਕੀਤਾ ਜਾ ਰਿਹਾ। ਕੀ ਕੁਝ ਹੋਰ ਵਾਅਦੇ ਕੀਤੇ ਜਾ ਰਹੇ ਨੇ, ਇਹ ਸਭ ਦੀ ਜਾਣਕਾਰੀ ਅੱਜ ਤੁਹਾਡੇ ਤੱਕ ਪਹੁੰਚਾਵਾਂਗੇ, ਕਿਉਂਕਿ ਸਟੂਡੀਓ ਦੇ ਵਿੱਚ ਇੱਕ ਖਾਸ ਗੈਸਟ ਪਹੁੰਚੇ ਹੋਏ ਨੇ। ਤੁਸੀਂ ਸਾਰੇ ਉਹਨਾਂ ਨੂੰ ਬਖੂਬੀ ਜਾਣਦੇ ਹੋ। 2 ਪ੍ਰੋਵਿੰਸਸ ਦੇ ਵਿੱਚ MLA ਰਹੇ ਨੇ, ਮਿਨਿਸਟਰੀ ਵੀ ਉਹਨਾਂ ਦੇ ਕੋਲ ਸੀ। ਪਹਿਲੀ ਵਾਰ ਜੇ ਅਸੀਂ ਪੰਜਾਬੀ ਸਾਊਥ ਏਸ਼ੀਅਨਸ ਦੀ ਗੱਲ ਕਰੀਏ, ਪਹਿਲੀ ਵਾਰ ਮਿਨਿਸਟਰ ਬਣਨਾ, MLA ਬਣਨਾ, ਇਹ ਸਭ ਸਿਹਰਾ ਉਹਨਾਂ ਦੇ ਸਿਰ ਜਾਂਦਾ ਹੈ। ਤੇ ਤੁਸੀਂ ਜਾਣਦੇ ਹੋ ਡਾਕਟਰ ਗੁਲਜ਼ਾਰ ਚੀਮਾ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਚੀਮਾ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਪ੍ਰੋਗਰਾਮ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਬੜਾ ਵੱਡਾ ਦਿਨ ਹੈ। ਹਰ ਪਾਰਟੀ ਜਿਹੜੀ ਆਪਣਾ ਪਲੇਟਫਾਰਮ ਰਿਲੀਜ਼ ਕਰਤੀ। ਅੱਜ ਸਾਡੀ ਪਾਰਟੀ ਨੇ ਆਪਣਾ ਪਲੇਟਫਾਰਮ ਰਿਲੀਜ਼ ਕੀਤਾ ਤੇ ਟੋਰਾਂਟੋ ਵਿੱਚ ਉਹਨਾਂ ਨੇ ਕੀਤਾ। ਪਰ ਜੇ ਤੁਸੀਂ ਦੇਖਦੇ ਹੋ ਵੀ ਜਿਹੜਾ ਪਲੇਟਫਾਰਮ ਹੈ ਇਹ ਕੋਈ 87 ਪੇਜ ਦਾ, ਤੇ ਜਿਹੜਾ ਇਹਨੂੰ 87 ਪੇਜ ਪੂਰਾ ਡਿਟੇਲ ਦੇ ਵਿੱਚ ਹੈਗਾ। ਹਰ ਜਿਹੜਾ ਵਰਗ ਵਾਸਤੇ ਗੱਲਾਂ ਹੈਗੀਆਂ ਉਹਦੇ ਨਾਲ ਐਕਸਪਲੇਨ ਕੀਤਾ ਗਿਆ, ਦੱਸਿਆ ਗਿਆ ਵੀ ਅਸੀਂ ਵੀ ਪਹਿਲਾਂ ਕੀ ਕੀਤਾ ਸੀ 2015 ਵਿੱਚ ਤੇ ਹੁਣ ਕੀ ਕੀਤਾ ਤੇ ਹੁਣ ਅੱਗੋਂ ਕੀ ਅਸੀਂ ਕਰਨਾ। ਮੈਂ ਦੱਸਣਾ ਚਾਹੁੰਦਾ ਸਾਰਿਆਂ ਨੂੰ ਕਿ ਮੈਂ 2013 ਚੋਂ ਜਸਟਿਨ ਟਰੂਡੋ ਹੋਣਾ ਨਾਲ ਕੰਮ ਕਰਨਾ ਪਿਆ। ਸ਼ੁਰੂ ਤੋਂ ਉਹਨਾਂ ਦੀ ਸਪੋਰਟ ਕੀਤੀ, ਉਹਨਾਂ ਦਾ ਮੈਂ ਫੰਡ ਰੇਜ਼ਿੰਗ ਚੇਅਰ ਸੀ BC ਵਿੱਚ, ਤੇ ਉਸ ਤੋਂ ਬਾਅਦ ਫਿਰ ਮੈਂ ਕਾਫੀ ਐਕਟਿਵ ਹਾਂ ਇਸ ਟਾਈਮ ਦੇ ਵਿੱਚ ਵੀ। ਮੈਂ ਜਿਹੜੇ ਆਪਣੇ ਕੈਂਡੀਡੇਟ ਨੇ ਲੋਕਲ, ਮੈਂ ਸਾਰਿਆਂ ਨੂੰ ਡਿਸਕਲੋਜ਼ ਕਰਨਾ ਚਾਹੁੰਦਾ ਕਿ ਮੇਰਾ ਜਿਹੜਾ ਪੋਲੀਟੀਕਲ ਮੇਰੀ ਅਲਾਇੰਸ ਹੈ ਮਾਈ ਪਾਰਟੀ ਹੈਗੀ, ਮੈਂ ਕਲੀਅਰਲੀ ਡਿਫਾਈਨ ਕਰਨਾ ਚਾਹੁੰਦਾ ਕਿ ਇਸ ਕਰਕੇ ਕਿਸੇ ਦੇ ਮਨ 'ਚ ਕੋਈ ਸ਼ੱਕ ਨਾ ਹੋਏ ਕਿ ਪਤਾ ਨਹੀਂ ਕੀ ਗੱਲ ਹੈ। ਮੈਂ ਉਹਨਾਂ ਸਾਰਿਆਂ ਦੀ ਸਪੋਰਟ ਕਰਕੇ ਉਹਨਾਂ ਲਈ ਪੈਸੇ ਵੀ ਰੇਜ਼ ਕਰਨੇ ਪਏ ਆ ਬਹੁਤ ਸਾਰਿਆਂ ਵਾਸਤੇ, ਤੇ ਉਹਦੇ ਨਾਲ ਅਸੀਂ ਡੋਰ ਨਾਕਿੰਗ ਵੀ ਕੀਤੀ ਹੈ। ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਵੀ ਲੋਕਾਂ ਦੇ ਵਿਚਾਰ ਕੀ ਨੇ, ਕਿਸ ਤਰੀਕੇ ਨਾਲ। ਇੱਕ ਤੁਹਾਨੂੰ ਸਨੈਪਸ਼ਾਟ ਦਿਆਂਗਾ ਤੇ ਇਹ ਮੇਰੀ ਇੱਕ ਓਪੀਨੀਅਨ ਹੈ। ਹੋ ਸਕਦਾ ਤੁਸੀਂ ਐਗਰੀ ਕਰੋ ਜਾਂ ਨਾ ਐਗਰੀ ਕਰੋ, ਪਰ ਇੱਕ ਕੰਟਰੀ ਸਾਡਾ ਐਡਾ ਵਧੀਆ ਵੀ ਅਸੀਂ ਇੱਕ ਦੂਜੇ ਨਾਲ ਗੱਲ ਕਰ ਸਕਦੇ ਹਾਂ ਖੋਲ੍ਹ ਕੇ। ਤੇ ਜੇ ਕੰਟਰੀ ਦੇ ਵਿੱਚ, ਇਸ ਕੰਟਰੀ ਵਿੱਚ ਜਿਹੜੇ ਲੋਕ ਬਾਹਰੋਂ ਆਏ ਸੀ, ਜੇ ਉਹਨਾਂ ਨੂੰ ਮੌਕਾ ਮਿਲਿਆ, ਤੇ ਇਸ ਪਾਰਟੀ ਵਿੱਚ, ਜਿਹੜੀ ਪਾਰਟੀ ਨੂੰ ਮੈਂ ਬਿਲੋਂਗ ਕਰਨਾ, ਉਹਨੇ ਸਾਡੇ ਲੋਕਾਂ ਨੂੰ ਉੱਪਰ ਚੁੱਕਿਆ ਤੇ ਇਸ ਤਰੀਕੇ ਨਾਲ ਕੀਤਾ ਵੀ ਉਹਨਾਂ ਨੂੰ ਪਾਵਰ ਆਫ ਜਿਹੜੇ
ਕੋਰੀਡੋਰ ਦੇ ਵਿੱਚ ਬਿਠਾ ਨਹੀਂ ਦਿੱਤਾ, ਨਾਲ ਬਿਠਾਇਆ। ਤਾਂ ਮੈਂ ਸਮਝਦਾ ਇਹ ਬੜੀ ਵੱਡੀ ਅਚੀਵਮੈਂਟ ਹੈ ਤੇ ਬਾਕੀ ਸਾਰਿਆਂ ਨੇ ਇਸ ਚੀਜ਼ ਨੂੰ ਕਾਪੀ ਕੀਤਾ, ਕਾਪੀ ਕਰਨ ਦੀ ਟਰਾਈ ਕਰਦੇ ਨੇ ਪਰ ਗੱਲ ਨਹੀਂ ਬਣਦੀ। ਅਲਟੀਮੇਟਲੀ ਜੋ ਤੁਹਾਡੇ ਸਾਹਮਣੇ ਦਿਸਦਾ ਉਹ ਬਹੁਤ ਇੰਪੋਰਟੈਂਟ ਹੈ। ਸੋ ਜਿਹੜਾ ਪਲੇਟਫਾਰਮ ਹੈ ਇਹਦੇ ਬਾਰੇ ਤੁਸੀਂ ਹੁਣ ਮੈਨੂੰ ਸਵਾਲ ਪੁੱਛੋ, ਨਹੀਂ ਤਾਂ ਫਿਰ ਮੈਂ ਬਿਲਕੁਲ, ਜਿਵੇਂ ਤੁਸੀਂ ਕਿਹਾ ਕਿ ਤੁਸੀਂ ਲਿਬਰਲਸ ਨੂੰ ਸਪੋਰਟ ਕਰਦੇ ਹੋ, ਐਕਟਿਵ ਹੈਗੇ ਹੋ, ਅਜੇ ਵੀ ਫੰਡ ਰੇਜ਼ਿੰਗ ਦੇ ਵਿੱਚ ਉਹਨਾਂ ਦੀ ਹੈਲਪ ਕਰਦੇ ਹੋ, ਹੋਰ ਸਾਰੇ ਕੰਮਾਂ ਦੇ ਵਿੱਚ ਹੈਲਪ ਕਰਦੇ ਆ। ਇਹ ਤੁਹਾਡਾ ਖੁਦ ਦਾ ਡਿਸੀਜਨ ਹੈ ਕਿ ਤੁਸੀਂ ਕਿਸ ਪਾਰਟੀ ਨੂੰ ਬਿਲੋਂਗ ਕਰ ਸਕਦੇ ਆ। ਇਹ ਸਭ ਦਾ ਰਾਈਟ ਹੈ ਕਿ ਅਸੀਂ ਕਿਸੇ ਪਾਰਟੀ ਨੂੰ ਸਪੋਰਟ ਕਰਨਾ, ਕਿਸੇ ਕੈਂਡੀਡੇਟ ਨੂੰ ਸਪੋਰਟ ਕਰਨਾ। ਤੇ ਜਦੋਂ ਅਸੀਂ ਗੱਲ ਕਰਦੇ ਆ, ਅਸੀਂ ਨਿਊਟਰਲ ਗੱਲ ਕਰਦੇ ਆ। ਜਿਹੜਾ ਕੋਈ ਲੋਕ ਹੈਗੇ ਨੇ ਜਾਂ ਜਿਹੜੀ ਕੋਈ ਪਾਰਟੀ ਹੈਗੀ ਆ, ਉਹ ਲੋਕਾਂ ਦੇ ਲਈ ਕੰਮ ਕਰ ਰਹੀ ਹੈ, ਸਹੀ ਕਰ ਰਹੀ ਹੈ, ਗਲਤ ਕਰ ਰਹੀ ਹੈ, ਉਹਨੂੰ ਡਿਫੈਂਡ ਕਰਨਾ ਬਣਦਾ। ਹੁਣ ਲਿਬਰਲ ਸਰਕਾਰ ਨੇ ਪਲੇਟਫਾਰਮ ਜਾਰੀ ਕੀਤਾ, ਜਿਵੇਂ ਤੁਸੀਂ ਕਿਹਾ 82 to 87 ਪੇਜਸ ਦਾ ਇਹ ਪਲੇਟਫਾਰਮ ਰਿਲੀਜ਼ ਕੀਤਾ ਗਿਆ। ਪਹਿਲਾਂ ਤਾਂ ਇਹ ਦੱਸੋ ਕਿ ਇਸ ਪਲੇਟਫਾਰਮ ਦੇ ਵਿੱਚ ਹੈ ਕੀ ਪੁਆਇੰਟਸ ਕੀ ਨੇ? ਦੇਖੋ, ਸਭ ਤੋਂ ਪਹਿਲੀ ਗੱਲ ਤੇ ਕਿ ਇਹ ਜਿਹੜੇ ਮੇਨ ਜਿਹੜਾ ਨਾ ਪਹਿਲਾਂ ਸੀ ਵੀ 18 ਦਿਨਾਂ ਬਾਅਦ ਰਿਲੀਜ਼ ਕੀਤਾ, ਪਰ ਪਿਛਲੇ 18 ਦਿਨਾਂ ਵਿੱਚ ਕੋਈ ਨਾ ਕੋਈ ਪਾਲਿਸੀ ਰੈਗੂਲਰਲੀ ਅਨਾਉਂਸ ਹੋ ਰਹੀ ਸੀ। ਇਹ ਸਾਰਾ ਕੰਪੈਕਟ ਕਰਕੇ ਇਹ ਪੂਰਾ ਨਾਲ ਡੀਟੇਲ ਦੇ ਵਿੱਚ ਹਰ ਸੈਕਸ਼ਨ ਵਿੱਚ ਹਰ ਵਰਗ ਦੇ ਲੋਕਾਂ ਵਾਸਤੇ ਇਹ ਜਿਹੜਾ ਨਾ ਪਾਲਿਸੀ ਅਨਾਉਂਸਮੈਂਟ ਕੀਤੀ ਗਈ। ਇਹਦੇ ਵਿੱਚੋਂ ਜਿਹੜਾ ਬਾਕੀ ਪਾਰਟੀਆਂ ਨੇ ਵੀ ਕੀਤਾ, ਉਹ ਤੁਸੀਂ ਉਹਨਾਂ ਬਾਰੇ ਉਹਨਾਂ ਦੇ ਬੰਦੇ ਸੱਦ ਕੇ ਉਹਨਾਂ ਨਾਲ ਗੱਲ ਕਰੋ। ਪਰ ਇਹ ਹੈਗਾ ਵੀ ਇਹ ਜਿਹੜਾ ਪਲੇਟਫਾਰਮ ਇਹਦੇ ਵਿੱਚੋਂ ਹਰ ਜਿਹੜੀ ਕਾਸਟ ਹੈ ਪੂਰੀ ਵੀ ਕਿੰਨੀ ਕਾਸਟ ਹੋਣੀ ਹੈ, ਕੀ ਕਰਨਾ, ਕਿੱਥੇ ਮੂਵ ਹੋ ਰਹੇ ਆ, ਕਿਸ ਤਰੀਕੇ ਨਾਲ ਇੱਕ ਸਰਕਾਰ ਚਾਹੁੰਦੀ ਵੀ ਅੱਗੇ ਲੋਕਾਂ ਦੀ ਤਰੱਕੀ ਹੋਏ, ਕੰਟਰੀ ਦੀ ਤਰੱਕੀ ਹੋਏ। ਇਹ ਸਾਰੀਆਂ ਗੱਲਾਂ ਬੜੀਆਂ ਇੰਪੋਰਟੈਂਟ ਨੇ। ਇਹਦੇ ਵਿੱਚ ਇਹ ਦੱਸਿਆ ਗਿਆ ਵੀ ਪੈਸੇ ਕਿੰਨੇ ਖਰਚਣੇ ਨੇ, ਪੈਸੇ ਖਰਚਣੇ ਕਿਉਂ ਇੰਪੋਰਟੈਂਟ ਨੇ, ਕਿਸ ਤਰੀਕੇ ਨਾਲ ਲੋਕਾਂ ਨੂੰ ਸਪੋਰਟ ਕੀਤਾ ਗਿਆ, ਕਿਸ ਤਰੀਕੇ ਨਾਲ ਜਿਹੜੀ ਇਕਾਨਮੀ ਸੀ 2000 ਜਦੋਂ ਪਿਛਲੀ ਵਾਰੀ ਇਲੈਕਸ਼ਨ ਤੋਂ ਬਾਅਦ ਇੱਕਦਮ ਪੈਂਡੈਮਿਕ ਆ ਗਿਆ, ਉਸ ਚੀਜ਼ ਨੂੰ ਹੈਂਡਲ ਕਿਸ ਤਰ੍ਹਾਂ ਕੀਤਾ। ਹੁਣ ਦੇਖੋ ਜਿਹੜੀਆਂ G7 ਕੰਟਰੀਜ਼ ਨੇ ਉਹਦੇ ਵਿੱਚੋਂ ਜਿਹੜੀ ਆਪਣੀ ਕੰਟਰੀ ਉਹਦਾ ਨਾਂ ਕਿੰਨਾ ਉੱਚਾ ਹੁੰਦਾ, ਕਿੰਨੀ ਆਪਣੀ ਅਨਇੰਪਲੋਇਮੈਂਟ ਘਟੀ ਹੈ, ਆਪਣੇ ਲੋਕਾਂ ਨੂੰ ਕਿੰਨਾ ਫਾਇਦਾ ਹੋਇਆ ਕੰਟਰੀ ਦੇ ਵਿੱਚ। ਜਿਹੜਾ ਪੈਸਾ ਖਰਚਣ ਦੇ ਜੇ ਪੈਸਾ ਨਾ ਖਰਚਿਆ ਜਾਂਦਾ ਉਸ ਟਾਈਮ ਦੇ ਵਿੱਚ ਕਿੰਨੇ ਬਿਜ਼ਨਸ ਨੇ ਖਰਾਬ ਹੋਣਾ ਸੀ, ਲੋਕਾਂ ਨੂੰ ਮੁਸ਼ਕਲਾਂ ਹੋਣੀਆਂ ਸੀ। ਸੋ ਉਸੇ ਲੜੀ ਨੂੰ ਅੱਗੇ ਖੜਨ ਵਾਸਤੇ ਲੋਕਾਂ ਨੂੰ ਦੱਸਦੇ ਪਏ ਨੇ ਵੀ ਸਾਡਾ ਪਲੇਟਫਾਰਮ ਹੈ, ਤੁਸੀਂ ਫੈਸਲਾ ਕਰਨਾ ਹੈ 20 ਸਤੰਬਰ ਨੂੰ ਵੀ ਇਸ ਪਲੇਟਫਾਰਮ ਦੇ ਵਿੱਚ ਕਿਹੜੀ ਚੀਜ਼ ਤੁਹਾਨੂੰ ਜਾਪਦੀ ਹੈ ਵੀ ਤੁਹਾਨੂੰ ਇਹ ਸੂਟ ਕਰਦੀ ਹੈ, ਤਾਂ ਕਿ ਪਰਸਨਲੀ ਨਹੀਂ ਐਜ਼ ਏ ਕੰਟਰੀ ਤੇ ਜਿਹੜੀ ਚੀਜ਼ ਤੁਹਾਨੂੰ ਅੱਗੇ ਖੜ ਸਕਦੀ ਹੈ। ਇਹਦੇ ਵਿੱਚ ਕੀ ਜਿਹੜਾ ਐਕਸ਼ਨ ਹੈ ਆ ਜਿਹੜਾ ਮੈਂ ਸਮਝਦਾ ਵੀ ਜਿਹੜਾ ਕਿ ਬਹੁਤ ਇੰਪੋਰਟੈਂਟ ਹੈ, ਹੈਲਥ ਕੇਅਰ ਬਾਰੇ ਅਨਾਉਂਸਮੈਂਟਸ ਨੇ ਬੜੀਆਂ ਕਿ ਟਰਾਂਸਫਰ ਪੇਮੈਂਟਸ ਵਧਾਉਣੀਆਂ। ਇਸ ਤੋਂ ਇਲਾਵਾ ਇਹਨਾਂ ਨੇ ਮੈਂਟਲ ਹੈਲਥ 'ਤੇ ਬੜਾ ਐਮਫੈਸਿਸ ਕੀਤਾ। ਤੁਹਾਨੂੰ ਪਤਾ ਵੀ 2001 ਦੇ ਵਿੱਚ ਮੈਨੂੰ ਪਹਿਲੀ ਵਾਰੀ ਮੌਕਾ ਮਿਲਿਆ ਫਸਟ ਮਿਨਿਸਟਰ ਆਫ ਸਟੇਟ ਫॉर ਮੈਂਟਲ ਹੈਲਥ BC 'ਚ ਬਣਨ ਦਾ। ਸੋ ਮੇਰੇ ਇਸ ਕੰਮ ਦੇ ਵਿੱਚ ਮੈਨੂੰ ਪੂਰੀ ਅੰਡਰਸਟੈਂਡਿੰਗ ਹੈ ਵੀ ਕਿਉਂ ਇੰਪੋਰਟੈਂਟ ਜਿਹੜਾ ਮੈਂਟਲ ਹੈਲਥ ਇਸ਼ੂਜ਼ ਨੇ ਨਾ, ਇਹ ਇਕੱਲੇ ਇਹਨੂੰ ਕਈ ਵਾਰੀ ਦਿਸਦੇ ਨੇ, ਤੁਹਾਡੇ ਸਾਹਮਣੇ ਹੁੰਦੇ ਨੇ, ਪਤਾ ਨਹੀਂ ਤੁਹਾਨੂੰ ਲੱਗਦਾ। ਹਰ ਚੌਥਾ ਜਾਂ ਪੰਜਵਾਂ ਇਨਸਾਨ ਕੈਨੇਡਾ ਵਿੱਚ ਕਦੀ ਨਾ ਕਦੀ ਇਸ ਪ੍ਰੋਬਲਮ ਵਿੱਚ ਫਸ ਸਕਦਾ। ਉਹਨਾਂ ਨੂੰ ਹੈਲਪ ਦੀ ਜ਼ਰੂਰਤ ਹੈ। ਪੈਂਡੈਮਿਕ ਦੇ ਟਾਈਮ ਦੇ ਵਿੱਚ ਇਹਦੇ ਬਾਰੇ ਦੇਖਿਆ ਗਿਆ ਵੀ ਆਨਲਾਈਨ ਲੋਕਾਂ ਦੀ ਹੈਲਪ ਕੀਤੀ ਹੈ, ਹੋਰ ਸਪੋਰਟ ਸਿਸਟਮ ਪ੍ਰੋਵਾਈਡ ਕੀਤਾ। ਪਰ ਜਿਹੜੀ ਐਕਚੁਅਲ ਫੰਡਿੰਗ ਹੈ ਨੰਬਰ ਉਹਨਾਂ ਨੇ ਇਸ ਪਲੇਟਫਾਰਮ ਵਿੱਚ ਰਿਲੀਜ਼ ਕੀਤਾ ਕਿ ਤੁਸੀਂ ਜਿਹੜਾ ਇੰਨਾ ਅਸੀਂ ਪੈਸਾ ਦੇਵਾਂਗੇ ਮੈਂਟਲ ਹੈਲਥ ਵਾਸਤੇ। ਸੋ ਉਹ ਕੀ ਪਾਰਟ ਹੈ। ਸੈਕੰਡ ਜਿਹੜਾ ਕਿ ਮੈਂ ਸਮਝਦਾ ਕਿ ਹਰ ਇੱਕ ਜਿਹੜੀ ਫੈਮਿਲੀ ਹੈ ਉਹਦੇ ਵਾਸਤੇ ਇੰਪੋਰਟੈਂਟ ਹੈ, ਜਿਹੜਾ ਕਿ $10 ਡੇ ਕੇਅਰ। ਇਹ ਪਹਿਲਾਂ ਵੀ ਅਨਾਉਂਸਮੈਂਟ ਹੋਈ ਸੀ, ਬੜੇ ਸਾਲ ਪਹਿਲਾਂ ਗੱਲ ਨਹੀਂ ਸੀ ਬਣੀ ਉਦੋਂ। ਹੁਣ ਜਿਹੜਾ ਅਨਾਉਂਸਮੈਂਟ ਕੀਤੀ ਹੈ ਇਹਦਾ 8 ਜਿਹੜੇ ਪ੍ਰੋਵਿੰਸਸ ਨੇ ਉਹਦੇ ਨਾਲ ਡੀਲ ਬਣੀ ਹੈ ਤਾਂ ਕਿ ਇਹ ਆਉਣ ਵਾਲੇ ਸਮੇਂ ਵਿੱਚ $10 ਡੇ ਕੇਅਰ ਜਿਹੜਾ ਹੋਏਗਾ। ਇਹ ਕਿਉਂ ਇੰਪੋਰਟੈਂਟ ਹੈ? ਕਿਉਂਕਿ ਜੇ ਹੁਣ ਇੱਕ ਘਰ ਦੇ ਵਿੱਚ 2 ਮੈਂਬਰਾਂ ਨੇ ਕੰਮ ਕਰਨਾ ਤੇ ਉਹ ਕੰਮ ਕਿਸ ਤਰ੍ਹਾਂ ਕਰਨਗੇ ਜੇ $300-400 ਉਹਨਾਂ ਦਾ ਐਕਸਟਰਾ, ਜੇ ਉਹਨਾਂ ਨੂੰ ਰੋਜ਼ ਦਾ $200 ਪੇ ਕਰਨਾ ਪੈਂਦਾ, ਜੇ ਮਹੀਨੇ ਦਾ ਉਹਨਾਂ ਨੂੰ ਜੇ $2000 ਜਾਂ ਕੋਈ ਵੀ ਅਮਾਊਂਟ ਤੁਸੀਂ ਚੁਣ ਲਓ, ਬੜਾ ਐਕਸਪੈਂਸਿਵ ਹੈ ਡੇ ਕੇਅਰ। ਸੋ ਮਾਡਲ ਜਿਹੜਾ ਨਾ ਚੰਗਾ ਹੋਏਗਾ, ਇਹ ਸਾਰਿਆਂ ਨੂੰ ਫਾਇਦਾ ਹੋਣਾ, ਖਾਸ ਕਰਕੇ ਜਿਹੜੀਆਂ ਔਰਤਾਂ ਕੰਮ ਕਰਨਾ ਚਾਹੁੰਦੀਆਂ ਨੇ ਜਾਂ ਜਿਨ੍ਹਾਂ ਨੂੰ ਜਾਣਾ ਪੈਂਦਾ ਉਹਨਾਂ ਵਾਸਤੇ ਬਹੁਤ ਇੰਪੋਰਟੈਂਟ ਹੈ ਕਿ ਜਿਹੜਾ ਕੁਆਲਿਟੀ ਡੇ ਕੇਅਰ ਹੋਏ। ਇਸ ਤੋਂ ਇਲਾਵਾ ਜਿਹੜਾ ਨਾ ਇਹ ਕੀਤਾ ਗਿਆ ਇਹਦੇ ਵਿੱਚੋਂ ਜਿਹੜਾ ਵਾਤਾਵਰਨ ਵਾਲੇ ਬਹੁਤ ਜ਼ਿਆਦਾ ਐਮਫੈਸਿਸ ਹੈ ਕਿ ਜਿਹੜੀ ਗ੍ਰੀਨ ਇਕਾਨਮੀ ਉਹਨੂੰ ਕਿਸ ਤਰ੍ਹਾਂ ਮੂਵ ਕਰਨਾ ਹੈ, ਕਿੱਥੇ ਪੈਸੇ ਖਰਚ ਹੋਣੇ ਨੇ, ਕਿਸ ਤਰੀਕੇ ਨਾਲ ਜਿਹੜੀ ਐਮਿਸ਼ਨਸ ਨੇ ਉਹਨੂੰ ਕਿਸ ਤਰ੍ਹਾਂ ਕੰਟਰੋਲ ਕਰਨਾ ਹੈ, ਕਿਹੜੇ ਸਾਡੇ ਟਾਰਗੇਟ ਨੇ, ਬਿਲਕੁਲ ਐਕਸਪਲੇਨ ਕੀਤਾ ਗਿਆ। ਉਹਦੇ ਨਾਲ ਜਿਹੜਾ ਇਹ ਵੀ ਦੱਸਿਆ ਗਿਆ ਕਿ ਜਿਹੜੀ ਆਪਣੀ ਵੈਕਸੀਨੇਸ਼ਨ ਬਾਰੇ ਮੈਂ ਗੱਲ ਕਰਨਾ ਚਾਹੁੰਦਾ। ਇਸ ਪ੍ਰੋਗਰਾਮ 'ਤੇ ਆਪਾਂ ਮੇਰੇ ਖਿਆਲ 'ਚ ਸਾਂਝਾ TV ਨੇ ਇਸੇ ਹੀ ਮੰਚ ਤੋਂ ਮੇਰੇ ਖਿਆਲ 'ਚ ਕੋਈ ਪਿਛਲੇ
18-19 ਮਹੀਨਿਆਂ ਵਿੱਚ ਕੋਈ ਵੀਕ ਨਹੀਂ ਹੋਣਾ ਜਿਹੜਾ ਪ੍ਰੋਗਰਾਮ ਨਾ ਕੀਤਾ ਹੋਵੇ ਕੋਵਿਡ-19 ਦੇ ਜੀ, ਵਿੱਚ। ਬਿਲਕੁਲ। ਕੋਵਿਡ-19 ਦੀ ਜਦੋਂ ਕੰਮ ਸ਼ੁਰੂ ਹੋਇਆ ਸੀ ਬੜਾ ਵੱਡਾ ਕ੍ਰਿਟਿਸਿਜ਼ਮ ਸੀ ਕਿ ਵੈਕਸੀਨੇਸ਼ਨ ਕਿਉਂ ਨਹੀਂ ਆ ਗਿਆ ਕੈਨੇਡਾ ਵਿੱਚ, ਐਡਾ ਵੱਡਾ ਮੁਲਕ ਹੈ, G7 ਦਾ ਇੰਪੋਰਟੈਂਟ ਮੈਂਬਰ ਹੈ, ਪਰ ਇਹਨਾਂ ਕੋਲ ਕਿਉਂ ਨਹੀਂ ਹੈਗੇ, ਵੈਕਸੀਨੇਸ਼ਨ ਕਿਉਂ ਨਹੀਂ ਬਣਾਉਂਦੇ। ਇਹ ਵੈਕਸੀਨੇਸ਼ਨ ਜਿਹੜੀ ਪਾਲਿਸੀ ਸੀ ਉਹ ਕੈਂਸਲ ਇਹ ਸਰਕਾਰ ਨੇ ਨਹੀਂ ਸੀ ਕੀਤੀ, ਇਸ ਤੋਂ ਪਹਿਲੀ ਸਰਕਾਰ ਨੇ ਉਹ ਬੰਦ ਕੀਤਾ ਸੀ ਕੰਮ। ਸੋ ਜਿਹੜੀ ਵੈਕਸੀਨੇਸ਼ਨ ਜਦੋਂ ਇਹਨਾਂ ਨੇ ਸਿਕਿਉਰ ਕੀਤੀ ਕੋਈ, ਹੁਣ ਅੱਜ ਦੇ ਟਾਈਮ ਦੇ 66 ਜਿਹੜੀਆਂ ਮਿਲੀਅਨ ਡੋਜ਼ਸ ਜਿਹੜੀਆਂ ਆਲਰੇਡੀ ਆਪਾਂ ਮੱਕੇ ਹੋ ਚੁੱਕੀਆਂ, ਉਹਦੇ ਵਿੱਚੋਂ ਕਈ ਲੋਕਾਂ ਨੂੰ ਸੈਕੰਡ ਡੋਜ਼ ਵੀ ਲੱਗ ਚੁੱਕੀ ਹੈ। ਕੈਨੇਡਾ ਨੰਬਰ 1 ਤੇ 85% ਜਿਹੜੇ ਤਕਰੀਬਨ ਲੋਕ ਨੇ ਉਹਨਾਂ ਨੂੰ ਇਮੂਨਾਈਜੇਸ਼ਨ ਹੋ ਚੁੱਕੀ ਹੈ, 1 ਡੋਜ਼ ਔਰ ਅਦਰ ਡੋਜ਼। ਇਹਦੇ ਵਿੱਚ ਅਨਾਉਂਸਮੈਂਟ ਇਹ ਕੀਤੀ ਗਈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਉਹਦੀ ਡਿਵੈਲਪਮੈਂਟ ਹੈ ਵੈਕਸੀਨੇਸ਼ਨ ਦੀ, ਕੱਲੀ ਕੋਵਿਡ-19 ਵਾਸਤੇ ਨਹੀਂ, ਬਾਕੀ ਜਿਹੜੇ ਵੈਕਸੀਨੇਸ਼ਨ ਨੇ, ਫॉर ਐਗਜ਼ਾਮਪਲ ਕਿ ਕੋਈ ਵੀ ਜਿਹੜੇ ਕਿੰਨੀਆਂ ਜਿਹੜੀਆਂ ਤਕਲੀਫਾਂ ਬਿਮਾਰੀਆਂ ਬਾਰੇ ਵੈਕਸੀਨੇਸ਼ਨ ਕੈਨੇਡਾ ਵਿੱਚ ਤਿਆਰ ਹੋਣਗੇ, ਉਹ ਬੜੀ ਵੱਡੀ ਅਚੀਵਮੈਂਟ, ਉਹ ਵੀ ਇਹਨਾਂ ਨੇ ਐਕਸਪਲੇਨ ਕੀਤਾ ਵੀ ਉਹਦੇ ਵਾਸਤੇ ਵੀ ਅਸੀਂ ਇਨਵੈਸਟਮੈਂਟ ਕਰਾਂਗੇ। ਇਸ ਤੋਂ ਇਲਾਵਾ ਮੈਂ ਸਮਝਦਾ ਇਮੀਗ੍ਰੇਸ਼ਨ ਦੀ ਪਾਲਿਸੀ ਬੜੀ ਇੰਪੋਰਟੈਂਟ ਹੈ ਆਪਣੇ ਪ੍ਰੋਗਰਾਮ ਦੇਖਣ ਵਾਲਿਆਂ ਵਾਸਤੇ। ਉਹਨਾਂ ਨੂੰ ਪਤਾ ਕਿ ਜਿਹੜਾ ਸਾਂਝਾ TV ਦੇ ਮੰਚ ਤੋਂ ਹਮੇਸ਼ਾ ਇਹ ਗੱਲ ਹੁੰਦੀ ਹੈ ਕਿ ਲੋਕਾਂ ਨੇ ਤਰੱਕੀ ਕਿਸ ਤਰ੍ਹਾਂ ਕਰਨੀ ਹੈ, ਮੂਵ ਕਿਸ ਤਰ੍ਹਾਂ ਕਰਨਾ, ਕੰਟਰੀ ਨੂੰ ਕਿਸ ਤਰ੍ਹਾਂ ਅੱਗੇ ਵਧਾਉਣਾ, ਲੋਕਾਂ ਪਾਪੂਲੇਸ਼ਨ ਨੂੰ ਕਿਸ ਤਰ੍ਹਾਂ ਬੈਲੈਂਸ ਕਰਨਾ, ਕਿੰਨੇ ਲੋਕ ਇੱਥੇ ਆਉਣੇ ਨੇ। ਹਰ ਸਾਲ ਤੁਹਾਨੂੰ ਪਤਾ ਵੀ 4.5 ਲੱਖ ਦੇ ਨੇੜੇ ਇਮੀਗ੍ਰੇਸ਼ਨ ਲੈ ਕੇ ਲੋਕ ਆਉਂਦੇ ਨੇ, ਉਹਦੇ ਵਿੱਚੋਂ ਕਾਫੀ ਪਰਸੈਂਟੇਜ ਹੁੰਦੀ ਹੈ ਉਹਦੀ ਜਿਹੜੇ ਵਰਕ ਪਰਮਿਟ ਨੇ, ਸਟੂਡੈਂਟ ਆਉਂਦੇ ਨੇ, ਫਿਰ ਸਟੂਡੈਂਟ ਪੱਕੇ ਆਉਂਦੇ ਨੇ, ਫਿਰ ਉਸ ਤੋਂ ਬਾਅਦ ਫੈਮਲੀਜ਼ ਜਿਹੜੀ ਕਲਾਸ ਸੀ ਉਹ ਪਹਿਲੀ ਸਰਕਾਰ ਨੇ 2015 ਨੂੰ ਬਿਲਕੁਲ ਠੱਪ ਕੀਤੀ ਸੀ, ਫਿਰ ਇਹਨਾਂ ਥੋੜ੍ਹੀ ਸ਼ੁਰੂ ਕੀਤੀ, ਹੁਣ ਇਸ ਸਾਲ ਫੈਮਲੀ ਕਲਾਸ 'ਤੇ ਵੀ ਜ਼ੋਰ ਹੈਗਾ। ਟਾਈਮ ਉਹਨਾਂ ਨੇ ਕਢਾ ਦਿੱਤਾ ਕਿ ਹੁਣ 12 ਮਹੀਨਿਆਂ ਦੇ ਅੰਦਰ ਜਿਹੜਾ ਨਾ ਪ੍ਰੋਸੈਸ ਹੋ ਰਹੀ ਹੈ ਐਪਲੀਕੇਸ਼ਨ। ਪਲੱਸ ਜਿਹੜਾ ਅਫਗਾਨਿਸਤਾਨ ਦੇ ਵਿੱਚ ਜਿਹੜੇ ਲੋਕ ਫਸੇ ਨਾ, ਜਿਨ੍ਹਾਂ ਨੇ ਸਾਡੇ ਫੌਜੀਆਂ ਦੀ ਮਦਦ ਕੀਤੀ ਹੈ ਜਾਂ ਜਿਨ੍ਹਾਂ ਨੇ ਨਿਊਜ਼ ਮੀਡੀਆ ਦੀ ਮਦਦ ਕੀਤੀ ਹੈ, ਜਿਨ੍ਹਾਂ ਨੇ ਇੰਟਰਪ੍ਰੀਟੇਸ਼ਨ ਕਰਕੇ ਆਪਣੀ ਲਾਈਫ ਰਿਸਕ ਵਿੱਚ ਪਾ ਕੇ ਜਿਨ੍ਹਾਂ ਨੇ ਕੈਨੇਡਾ ਦੀ ਮਦਦ ਕੀਤੀ ਹੈ, ਉਹਨਾਂ ਦੀ ਹੈਲਪ ਕਰਨੀ ਬੜੀ ਜ਼ਰੂਰੀ ਹੈ। ਉਹ ਨੰਬਰ ਲਿਆਉਣ ਵਾਸਤੇ ਇਹਨਾਂ ਨੇ ਕਿਹਾ ਵੀ ਅਸੀਂ ਉਹਨਾਂ ਦੀ ਵੀ ਹੈਲਪ ਕਰਨੀ ਹੈ। ਸੋ ਸਾਰੀਆਂ ਫੰਡਿੰਗਸ ਜਿਹੜੀਆਂ ਨਾ ਉਹ ਪ੍ਰੋਵਾਈਡ ਕਰਨ ਵਾਸਤੇ ਇਹ ਜਿਹੜਾ ਪੈਕੇਜ ਇਹਦੇ ਵਿੱਚ ਹੈਗੀਆਂ। ਡਾਕਟਰ ਜੀ, ਮੈਂ ਜਿੱਦਾਂ ਅਸੀਂ ਗੱਲ ਕਰ ਰਹੇ ਹੈਗੇ ਆ, ਅਸੀਂ ਹੈਲਥ ਕੇਅਰ ਦੀ ਗੱਲ ਕੀਤੀ ਹੈ, ਅਸੀਂ ਗੱਲ ਕੀਤੀ ਹੈ ਕਿ ਇਮੀਗ੍ਰੇਸ਼ਨ ਜਿਹੜੀ ਆ ਉਹ ਵਧਾਉਣ ਦੀ ਗੱਲ ਕੀਤੀ ਗਈ ਹੈ, ਚਾਈਲਡ ਕੇਅਰ ਦੀ ਗੱਲ ਕੀਤੀ ਗਈ ਹੈ, ਹਾਊਸਿੰਗ ਬਹੁਤ ਵੱਡਾ ਇਸ਼ੂ ਬਣਿਆ ਹੋਇਆ ਹੈ। ਲਿਬਰਲ ਸਰਕਾਰ ਪਲੇਟਫਾਰਮ ਦੇ ਵਿੱਚ ਹਾਊਸਿੰਗ ਦੇ ਲਈ ਕੀ ਕਰ ਰਹੀ ਹੈ? ਕਿਉਂਕਿ ਜਦੋਂ ਅਫੋਰਡੇਬਿਲਿਟੀ ਦੀ ਗੱਲ ਆਉਂਦੀ ਹੈ ਤਾਂ ਬਹੁਤ ਸਾਰੇ ਲੋਕ ਆ ਉਹ ਜਿਹੜੇ ਅਫੋਰਡੇਬਿਲਿਟੀ ਤੇ ਹਾਊਸਿੰਗ ਨੂੰ ਨਾਲ ਕੰਪੇਅਰ ਕਰਦੇ ਆ ਕਿ ਅਫੋਰਡੇਬਲ ਹਾਊਸਿੰਗ ਹੋਣੀ ਚਾਹੀਦੀ ਹੈ। ਦੇਖੋ, ਜਿਹੜਾ ਰਹਿਣ ਵਾਸਤੇ ਹਰ ਆਦਮੀ ਨੂੰ ਚਾਹੀਦਾ, ਹਰ ਇਨਸਾਨ ਚਾਹੁੰਦਾ ਵੀ ਘਰ ਹੋਏ। ਜਿਹੜੀ ਨਿਊ ਜਨਰੇਸ਼ਨ ਹੈ ਜਾਂ ਜਿਹੜੇ ਲੋਕ ਨਵੇਂ ਨੇ, ਜਿਹੜੇ ਫਸਟ ਟਾਈਮ ਹੋਮ ਬਾਇਰ ਨੇ, ਉਹਨਾਂ ਵਾਸਤੇ ਬੜੀ ਮੁਸ਼ਕਲ ਆਉਂਦੀ ਹੈ ਕਿਉਂਕਿ ਜਿਹੜਾ ਨਾ ਬਿਡਿੰਗ ਵਾਰ ਚੱਲ ਪੈਂਦੀ। ਉਸ ਤੋਂ ਇਲਾਵਾ ਜਿਹੜਾ ਕਈ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ ਕਿ ਹੋ ਸਕਦਾ ਇਸ ਟਾਈਮ ਦੇ ਵਿੱਚ ਨਾ ਮੈਂ ਐਕਸਪਲੇਨ ਕਰ ਸਕਾਂ ਪੂਰੇ ਤਰੀਕੇ ਨਾਲ, ਪਰ ਉਸ ਚੀਜ਼ ਨੂੰ ਉਹਨੂੰ ਰੈਕਟੀਫਾਈ ਕਰਨ ਵਾਸਤੇ, ਸਿਚੁਏਸ਼ਨ ਨੂੰ ਠੀਕ ਕਰਨ ਵਾਸਤੇ ਜਿਹੜਾ ਫੋਰਨ ਬਾਇਰਸ ਨੇ ਉਹਨਾਂ ਬਾਰੇ ਵੀ ਪਾਲਿਸੀ ਅਨਾਉਂਸਮੈਂਟ ਹੋਈ ਸੀ। ਪਲੱਸ ਜਿਹੜਾ ਨਾ ਲੋ ਇੰਟਰਸਟ ਰੇਟ ਤੇ ਆਲਰੇਡੀ ਹੈਗੇ ਨੇ, ਜਿਹੜਾ ਫਸਟ ਟਾਈਮ ਜਿਹੜੇ ਹੋਮ ਬਾਇਰਸ ਹੋਣਗੇ ਉਹਨਾਂ ਨੂੰ ਵੀ ਕੋਈ ਸਪੈਸ਼ਲ ਗ੍ਰਾਂਟਸ ਬਾਰੇ ਇਸ ਪਲੇਟਫਾਰਮ ਵਿੱਚ ਉਹਨਾਂ ਨੇ ਗੱਲ ਕਰਨੀ ਹੈ। ਕਾਫੀ ਜਿਹੜੀਆਂ ਨਾ ਕਾਫੀ ਸਹੂਲਤਾਂ ਦੇ ਰਹੇ ਨੇ। ਹਰ ਜਿਹੜੀਆਂ ਤਿੰਨੋਂ ਪੋਲੀਟੀਕਲ ਪਾਰਟੀਜ਼ ਨੇ ਨਾ ਉਹ ਇਸੇ ਕੰਮ 'ਚ ਇਹ ਹੁੰਦਾ ਵੀ ਜਿਹੜੀ ਗੱਲ ਉਸ ਟਾਈਮ ਦੇ ਵਿੱਚ ਫਸੀ ਹੈ ਉਹਦੇ ਮਗਰ ਪੈ ਜਾਂਦੇ, ਪਰ ਲੌਂਗ ਟਰਮ ਦੇ ਵਿੱਚ ਇਹ ਪਾਲਿਸੀਜ਼ ਡਿਵੈਲਪ ਕਰਨੀਆਂ ਬੜੀਆਂ ਇੰਪੋਰਟੈਂਟ ਨੇ। ਇਹ ਮੈਂ ਤਾਂ ਕਹਿ ਰਿਹਾ ਕਿ ਪਿਛਲੇ 2 ਸਾਲਾਂ ਵਿੱਚ ਤੇ ਬਾਕੀ ਬੋਲੇ ਨਹੀਂ, ਆਲ ਆਫ ਅ ਸਡਨ ਹੁਣ ਸਾਰਿਆਂ ਨੂੰ ਸ਼ੌਕ ਆ ਗਿਆ ਵੀ ਅਫੋਰਡੇਬਲ ਹਾਊਸਿੰਗ ਵੀ ਇੰਪੋਰਟੈਂਟ ਹੈ। ਅਫੋਰਡੇਬਲ ਹਾਊਸਿੰਗ ਜਿਹੜੀ ਹੈ ਨਾ ਉਹ ਇੰਪੋਰਟੈਂਟ ਹੈ। ਉਸ ਲੈਣ ਵਾਸਤੇ ਲੋਕਾਂ ਨੂੰ ਜੌਬਸ ਇੰਪੋਰਟੈਂਟ ਨੇ, ਜੌਬਸ ਵਾਸਤੇ ਉਹਨਾਂ ਦੀ ਇਨਕਮ ਲੈਵਲ ਬੜਾ ਇੰਪੋਰਟੈਂਟ ਹੋਣਾ ਬੜਾ ਜ਼ਰੂਰੀ ਹੈ। ਇਹ ਤੁਸੀਂ $10 ਤੇ ਕੰਮ ਕਰਕੇ ਤੇ ਨਹੀਂ ਨਾ ਹਾਊਸ ਲੈ ਸਕਦੇ। ਉਹਨਾਂ ਦੀ ਜੌਬ ਦੇ ਵਾਸਤੇ ਜਿਹੜਾ ਮਿਨੀਮਮ ਵੇਜ ਉਹਦੇ ਬਾਰੇ ਗੱਲ ਕੀਤੀ ਗਈ ਹੈ। ਜਿਹੜਾ ਇੰਟਰਸਟ ਰੇਟ ਕਿੰਨਾ ਲੋ ਹੈ ਕੈਨੇਡਾ ਦੇ ਵਿੱਚ, ਬੈਂਕਾਂ ਦੇ ਨਾਲ ਗੱਲਬਾਤ ਹੋ ਰਹੀ ਹੈ। ਸੋ ਜਿਹੜਾ ਨਾ ਕਾਫੀ ਰਿਲੈਕਸੇਸ਼ਨ ਮਿਲਦੀਆਂ ਪਈਆਂ ਨੇ, ਪਰ ਜੇ ਤੁਸੀਂ ਸਮਝਦੇ ਹੋ ਵੀ ਇਹ ਗੱਲ ਇੱਕਦਮ ਸਾਲਵ ਹੋ ਜਾਣੀ, ਉਹ ਤੇ ਹੋਣੀ ਨਹੀਂ। ਲੋਕਾਂ ਨਾਲ ਝੂਠ ਬੋਲਣਗੇ ਜਿਹੜਾ ਵੀ ਕਰੇਗਾ, ਪਰ ਐਟਲੀਸਟ ਦੇਰ ਇਜ਼ ਅ ਪਾਲਿਸੀ ਵੀ ਤੁਸੀਂ ਇਸ ਚੀਜ਼ ਨੂੰ ਅੱਗੋਂ ਇੰਪਰੂਵਮੈਂਟ ਹੋ ਸਕਦੀ ਹੈ। ਪਲੱਸ ਜਿਹੜਾ ਮੈਂ ਸਮਝਦਾ ਕਿ ਜਿਹੜਾ ਅਗਲਾ ਜਿਹੜਾ ਇੰਪੋਰਟੈਂਟ ਕੰਮ ਹੈ, ਹਾਊਸ ਤੁਸੀਂ ਤਾਂ ਹੀ ਲਓਗੇ ਜੇ ਪੈਸੇ ਬਚਾਓਗੇ। ਜੇ ਪੈਸੇ ਕਿਸ ਤਰ੍ਹਾਂ, ਪੈਸੇ ਜੇ ਤੁਹਾਡੇ ਕੋਈ RRSP 'ਚ ਪਏ ਨੇ ਉਹ ਵੀ ਤੁਸੀਂ ਕਰ ਸਕਦੇ ਯੂਜ਼ ਪਾਲਿਸੀ ਵਿੱਚ ਦੱਸਿਆ ਗਿਆ। ਫਸਟ ਟਾਈਮ ਹੋਮ ਬਾਇਰ ਨੂੰ ਗ੍ਰਾਂਟ ਵੀ ਮਿਲਣੀ ਹੈ।
ਪਲੱਸ ਜੇ ਤੁਸੀਂ 2 ਜਣੇ ਕੰਮ ਕਰਦੇ ਪਏ ਹੋ, ਜੇ ਤੁਹਾਡੇ ਕੋਲ ਐਡਿਕੁਏਟ ਇਨਕਮ ਹੈ, ਤੁਸੀਂ ਪੈਸੇ ਬਚਾਏ ਨੇ, ਤੁਹਾਡੇ ਕੋਲ ਡੇ ਕੇਅਰ ਜਿਹੜਾ $10 ਦਾ ਮਿਲਦਾ ਪਿਆ, ਟੈਕਸਿਸ ਦੇ ਮਿਡਲ ਕਲਾਸ ਦੇ ਟੈਕਸ ਕਿੰਨੇ ਘੱਟ ਹੋਏ ਸੀ, ਸੋ ਜਿਹੜੀ ਸੀ ਨਾ ਚਾਈਲਡ ਜਿਹੜੇ ਜਿਨ੍ਹਾਂ ਨੂੰ ਚਾਈਲਡ ਬੈਨੀਫਿਟ ਮਿਲਦਾ, ਇਹ ਜਿਹੜਾ ਸਾਰਾ ਕੰਬੀਨੇਸ਼ਨ ਹੈ ਨਾ, ਇਹ ਸਾਰੀਆਂ ਗੱਲਾਂ ਹੈਲਪ ਕਰਦੀਆਂ ਨੇ ਪੈਸੇ ਬਚਾਉਣ ਵਾਸਤੇ। ਜੇ ਤੁਸੀਂ ਪੈਸੇ ਬਚਾਓਗੇ ਡਾਊਨ ਪੇਮੈਂਟ ਵਾਸਤੇ ਤਾਂ ਹੀ ਤੁਸੀਂ ਘਰ ਲੈ ਸਕਦੇ ਹੋ। ਡਜ਼ਨਟ ਮੈਟਰ ਵੀ ਗਵਰਨਮੈਂਟ ਕਿਹੜੀ ਪਾਲਿਸੀ ਬਣਾਉਂਦੀ ਹੈ, ਉਹ ਤਾਂ ਬਚ ਸਕਦੇ ਨੇ ਪੈਸੇ ਜੇ ਇਕਨੋਮੀ ਠੀਕ ਹੋਏਗੀ। ਸੋ ਇਸ ਟਾਈਮ ਦੇ ਵਿੱਚ ਪਿਛਲੇ 2 ਸਾਲਾਂ ਦੇ ਵਿੱਚ ਜਿਹੜੀ ਇਕਨੋਮੀ ਸੀ, ਈਵਨ ਕੋਵਿਡ-19 ਦੇ ਟਾਈਮ ਦੇ ਵਿੱਚ ਸਾਰਿਆਂ ਨੂੰ ਬੜੀ ਪਰੇਸ਼ਾਨੀ ਸੀ। ਕਿੰਨੇ ਐਸੇ ਲੋਕਾਂ ਜਿਨ੍ਹਾਂ ਨੂੰ ਜੌਬਸ ਜਿਹੜੇ ਉਹਨਾਂ ਦੇ ਜਾਣੇ ਸੀ, ਕਿੰਨੇ ਲੋਕਾਂ ਨੇ ਕਿਹਾ ਵੀ ਸਾਡੇ ਕੰਮ ਬੰਦ ਹੋ ਜਾਣੇ ਨੇ, ਸਾਨੂੰ ਵਰਕਰ ਜਿਹੜੇ ਨੇ ਅਸੀਂ ਲੇ ਆਫ ਕਰਨੇ ਪੈਣੇ ਨੇ। ਉਹਨਾਂ ਨੂੰ ਵੀ ਸਪੋਰਟ ਮਿਲਿਆ, ਜਿਹੜੇ ਵਰਕਰ ਸੀ ਉਹਨਾਂ ਨੂੰ ਸਪਲੀਮੈਂਟ ਵੀ ਨਾਲ ਮਿਲਿਆ, EI ਦਾ ਵੀ ਮੋਡੀਫਿਕੇਸ਼ਨ ਹੋਈ। ਉਸ ਤੋਂ ਇਲਾਵਾ ਜਿਹੜਾ ਓਵਰਆਲ ਜਿਹੜਾ ਡਿਸੇਬਿਲਿਟੀ ਬੈਨੀਫਿਟ ਵਧਾਏ ਗਏ, ਜਿਹੜਾ ਸੀਨੀਅਰ ਦੀ ਜਿਹੜੀ ਪੈਨਸ਼ਨ ਵਧਾਈ ਗਈ, ਇਹਦੇ ਵਿੱਚ ਵੀ ਫੈਸਲਾ ਕੀਤਾ ਗਿਆ ਕਿ ਉਹਨਾਂ ਦਾ GIC ਵੀ ਵਧੇਗਾ। ਸੋ ਇਹ ਸਾਰੀਆਂ ਗੱਲਾਂ ਮੈਂ ਤਾਂ ਕਰਨਾ ਪਿਆ ਵੀ ਅਫੋਰਡੇਬਲ ਹਾਊਸ ਲੈਣ ਵਾਸਤੇ ਇਨਕਮ ਜ਼ਰੂਰੀ ਹੈ, ਇਨਕਮ ਕਰਨ ਵਾਸਤੇ ਜੌਬ ਜ਼ਰੂਰੀ ਨੇ। ਜੌਬ ਕ੍ਰੀਏਸ਼ਨ ਜਿਹੜੀ ਹੈ ਨਾ ਬੜੀ ਕਰੂਸ਼ੀਅਲ ਹੈ। ਇਸ ਟਾਈਮ ਦੇ ਵਿੱਚ ਤੁਸੀਂ ਕਿਤੇ ਚਲੇ ਜਾਓ, ਉੱਥੇ ਐਡਵਰਟਾਈਜ਼ਮੈਂਟ ਹੈਗੀ ਵੀ ਜੌਬਸ ਵਾਸਤੇ, ਨਾਓ ਵੀ ਆਰ ਹਾਇਰਿੰਗ। ਜੇ ਹਾਇਰ ਕਰਦੇ ਪਏ ਨੇ ਤਾਂ ਹੀ ਕਰਦੇ ਪਏ ਨੇ ਵੀ ਜੇ ਸਿਸਟਮ ਚੱਲਦਾ ਪਿਆ। ਜੇ ਸੋ ਇਕਾਨਮੀ ਇਸ ਮੁਸ਼ਕਲ ਦੇ ਟਾਈਮ ਦੇ ਵਿੱਚ ਇੰਨੀ ਚੰਗੀ ਹੋਣ ਦੇ ਬਾਵਜੂਦ ਇਸ ਸਰਕਾਰ ਨੇ ਆਪਣਾ ਕੰਮ ਕੀਤਾ, ਜਿਹੜਾ ਐਸ ਪਲੇਟਫਾਰਮ ਦੇ ਵਿੱਚ ਕਲੀਅਰਲੀ ਡਿਫਾਈਨ ਕੀਤਾ ਵੀ ਅੱਗੇ ਕਿਹੜੇ ਪਾਸੇ ਜਾਣਾ। ਜਿਹੜਾ ਸਵਾਲ ਸੀ ਵੀ ਜੇ ਕੋਈ $78 ਬਿਲੀਅਨ ਜਾਂ ਐਗਜ਼ੈਕਟ ਅਮਾਊਂਟ ਤੇ ਮੈਨੂੰ ਯਾਦ ਨਹੀਂ ਇੰਨੀਆਂ ਗੱਲਾਂ, 78 ਬਿਲੀਅਨ, ਯੈਸ, ਜਿਹੜਾ $78 ਬਿਲੀਅਨ ਉਹ ਕਿੱਥੋਂ ਆਉਣਾ ਜਦੋਂ ਤੁਸੀਂ ਇਕਨੋਮੀ ਵਿੱਚ ਖਰਚ ਕਰਦੇ ਪਏ ਹੋ, ਲੋਕਾਂ ਨੂੰ ਜੌਬ ਕ੍ਰੀਏਸ਼ਨ ਦੀ ਹੈਲਪ ਕਰਦੇ ਪਏ ਹੋ, ਉਹਦੇ ਵਾਸਤੇ ਸਿਸਟਮ ਜਿਹੜਾ ਨਾ ਵਾਤਾਵਰਨ ਦੇ ਵਾਸਤੇ ਕੰਮ ਕਰਦੇ ਪਏ, ਅਫੋਰਡੇਬਲ ਹਾਊਸਿੰਗ ਬਾਰੇ ਗੱਲ ਕਰਦੇ ਪਏ, $10 ਡੇ ਕੇਅਰ ਦੀ ਗੱਲ ਹੋ ਰਹੀ ਹੈ। ਸਾਰੇ ਪੈਸੇ ਤੇ ਖਰਚਣੇ ਪੈਣੇ ਨੇ ਅਪਫਰੰਟ ਤੇ, ਕੋਈ ਇਹੋ ਜਿਹੀ ਖੇਡ ਤੇ ਹੈ ਨਹੀਂ ਵੀ ਤੁਸੀਂ ਕਹੋ ਵੀ ਇਹ ਕੰਮ ਵੈਸੇ ਹੋ ਜਾਂਦਾ। ਪਰ ਬੈਸਟ ਤਰੀਕਾ ਵੀ ਜਦੋਂ ਸਰਕਾਰ ਦੀ ਜਿਹੜੀ ਇਹਨਾਂ ਕ੍ਰੈਡਿਟ ਰੇਟਿੰਗ ਇੰਨੀ ਚੰਗੀ ਸੀ, ਉਹ ਬੈਸਟ ਹੈ ਵੀ ਉਹ ਪੈਸੇ ਬਾਹਰੋਂ ਕਰਕੇ ਤੁਹਾਨੂੰ ਦੇਣ। ਉਹ ਬੈਟਰ ਹੈ ਕਿ ਤੁਸੀਂ ਆਪ ਜਾ ਕੇ ਹਾਇਰ ਇੰਟਰਸਟ 'ਤੇ ਲੈ ਕੇ ਤੇ ਆਪਣੇ ਆਪ 'ਤੇ ਬੋਝ ਪਾਓ। ਸੋ ਹਾਊਸਿੰਗ ਦਾ ਜਿਹੜਾ ਅਫੋਰਡੇਬਲ ਦਾ ਇਸ਼ੂ ਹੈ ਨਾ, ਇਹਨੂੰ ਦੇਖਣਾ ਚਾਹੀਦਾ ਬੜੇ ਡਿਫਰੈਂਟ ਲੈਂਸ ਦੇ ਨਾਲ, ਇੱਕ ਲੈਂਸ ਨਾਲ ਨਹੀਂ ਵੀ ਫਟਾਫਟ ਹਾਊਸਿੰਗ ਕ੍ਰੀਏਟ ਹੋ ਜਾਣੀ, ਇਹ ਤੇ ਹੋ ਨਹੀਂ ਸਕਦਾ। ਪਰ ਇਹ ਹੈਗਾ ਵੀ ਤੁਸੀਂ ਉਹਦਾ ਫਰੇਮਵਰਕ ਹੈਗਾ, ਸੋ ਇਹਦੇ ਵਿੱਚ ਸਾਰਾ ਉਹਨਾਂ ਨੇ ਐਕਸਪਲੇਨ ਕੀਤਾ। ਬਿਲਕੁਲ, ਮੈਂ ਦੇਖ ਰਹੀ ਹਾਂ ਡਾਕਟਰ ਚੀਮਾ ਕਿ ਇਹਦੇ ਵਿੱਚ ਇਹਨਾਂ ਨੇ 6 ਹਿੱਸਿਆਂ 'ਚ ਡਿਵਾਈਡ ਕੀਤਾ। ਜਿਵੇਂ ਮੋਸਟਲੀ ਆਪਾਂ ਗੱਲ ਕਰ ਲਈ ਹੈ ਪੈਂਡੈਮਿਕ ਦੇ ਉੱਤੇ ਗੱਲ ਕੀਤੀ ਹੈ, ਹਾਊਸਿੰਗ ਦੇ ਉੱਤੇ, ਹੈਲਥ ਕੇਅਰ ਦੀ ਗੱਲ ਕੀਤੀ ਹੈ, ਅਸੀਂ ਇਕਨੋਮੀ ਦੀ ਕੀਤੀ ਹੈ, ਅਸੀਂ ਰੀਕਨਸੀਲੀਏਸ਼ਨ ਜਿਹੜਾ ਉਹਦੇ ਬਾਰੇ ਗੱਲ ਕੀਤੀ ਹੈਗੀ ਆ, ਅਸੀਂ ਗੱਲ ਕਰਦੇ ਹਾਂ ਕਲਾਈਮੇਟ ਚੇਂਜ ਦੀ। ਇਹ ਸਾਰੇ ਆਸਪੈਕਟ ਉਹਨਾਂ ਨੇ ਅੱਗੇ ਲੈ ਕੇ ਆਂਦੇ ਆ ਕਿ ਇਹਨਾਂ ਆਸਪੈਕਟਸ ਦੇ ਉੱਤੇ ਗੱਲ ਕੀਤੀ ਜਾਵੇ। ਪਰ ਹੁਣ ਜਦੋਂ ਡੈਫਿਸਿਟ ਦੀ ਗੱਲ ਆਉਂਦੀ ਹੈ, ਕਿਉਂਕਿ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਕਿ ਲਿਬਰਲ ਸਰਕਾਰ ਨੇ ਜਦੋਂ ਇਹ 2019 ਤੋਂ ਬਾਅਦ 2021 ਤੱਕ ਪੈਂਡੈਮਿਕ ਕਿਸੇ ਨੇ ਸੋਚਿਆ ਨਹੀਂ ਸੀ, ਪਰ ਉਸ ਸਮੇਂ ਦੇ ਵਿੱਚ ਸਾਰਿਆਂ ਦੀ ਬਾਂਹ ਫੜੀ ਆ, ਸਾਰਿਆਂ ਨੂੰ ਉਹਨਾਂ ਨੇ, ਜੇ ਘਰ ਬੈਠੇ ਅਸੀਂ ਸਰਬ ਦੀ ਗੱਲ ਕਰੀਏ, ਸੀਬਾ ਦੀ ਗੱਲ ਕਰੀਏ, ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਦਿੱਤੀਆਂ ਗਈਆਂ ਨੇ। ਪਰ ਇਹਦਾ ਦੂਜਾ ਪਾਸਾ ਇਹ ਹੈ, ਜਿਵੇਂ ਤੁਸੀਂ ਉਹ ਗੱਲ ਕੀਤੀ ਕਿ ਪੈਸੇ ਆਣੇ ਕਿੱਥੋਂ ਆ। ਹੁਣ ਬਹੁਤ ਸਾਰੇ ਲੋਕ ਦੂਜੇ ਆਸਪੈਕਟ ਨੂੰ ਦੇਖ ਰਹੇ ਹੈਗੇ ਕਿ ਟੈਕਸ ਵੱਧ ਜਾਣਗੇ ਜੇ ਹੁਣ ਦੁਬਾਰਾ ਇਕਨੋਮੀ ਵਾਪਸ ਆਊਗੀ, ਜੇ ਇਹਦੇ ਵਿੱਚ ਬਹੁਤ ਜ਼ਿਆਦਾ ਇਨਵੈਸਟਮੈਂਟ ਹੋਊਗੀ ਤੇ ਟੈਕਸ ਵਧਾ ਦਿੱਤੇ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਜਿਹੜਾ ਬਿਲੀਅਨਸ ਦਾ ਡੈਫਿਸਿਟ ਅੱਗੇ ਹੀ ਹੈ, ਉਹਦੇ ਵਿੱਚ 78 ਬਿਲੀਅਨ ਹੋਰ ਐਡ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਬੈਲੈਂਸ ਕਿਵੇਂ ਹੋਏਗਾ ਬਜਟ? ਦੇਖੋ, ਪਹਿਲੀ ਗੱਲ ਤੇ ਵੀ ਤੁਸੀਂ ਆਲੇ ਦੁਆਲੇ ਦੇਖ ਲਓ ਕਿ ਜਿੰਨੀ ਦੇਰ ਤੱਕ ਜੌਬ ਕ੍ਰੀਏਸ਼ਨ ਨਹੀਂ ਹੁੰਦੀ, ਜਿੰਨੀ ਦੇਰ ਤੱਕ ਲੋਕ ਕੰਮ ਨਹੀਂ ਕਰਦੇ, ਕੰਮ ਕਰਨਗੇ ਫਿਰ ਟੈਕਸ ਪੇ ਕਰਨਗੇ। ਜੇ ਤੁਸੀਂ ਉਹਨਾਂ ਦੀ ਹੈਲਪ ਨਹੀਂ ਕਰੋਗੇ ਤਾਂ ਉਹ ਕੰਮ ਕਿਸ ਤਰ੍ਹਾਂ ਕਰਨਗੇ? ਇਸੇ ਕਰਕੇ ਜਿਹੜਾ ਨਾ ਇਹ ਗੱਲਾਂ ਜਿਹੜੀਆਂ ਸਾਰੀਆਂ ਸੋਚਣ ਵਾਲੀਆਂ ਨੇ, ਜਿਉਂ-ਜਿਉਂ ਇਕਾਨਮੀ ਇੰਪਰੂਵ ਕਰਨੀ ਹੈ, ਸਾਰੀਆਂ ਗੱਲਾਂ ਦਾ ਫਾਇਦਾ ਹੋਣਾ। ਪਰ ਇਸ ਟਾਈਮ ਦੇ ਵਿੱਚ ਬਹੁਤ ਇੰਪੋਰਟੈਂਟ ਹੈ ਲੋਕਾਂ ਨੂੰ ਸਪੋਰਟ ਕਰਨੀ, ਕਿਉਂਕਿ ਲੋਕੀ ਸਰਕਾਰ ਦਾ ਕੀ ਕੰਮ ਹੈ? ਮੁਸ਼ਕਲ ਟਾਈਮ ਦੇ ਸਪੋਰਟ ਕਰਨੀ। ਇਸ ਤੋਂ ਮੁਸ਼ਕਲ ਟਾਈਮ ਤੇ ਕੋਈ ਨਹੀਂ ਆਉਣਾ ਜਿਹੜਾ ਪਿੱਛੇ ਸੀ। ਪਰ ਮੈਂ ਸਮਝਦਾ ਵੀ ਇਹਦੇ ਵਿੱਚੋਂ 2-4 ਗੱਲਾਂ ਹੋਰ ਐਡ ਕਰਨ ਵਾਲੀਆਂ ਨੇ। ਪਹਿਲੀ ਗੱਲ ਤੇ ਹੈ ਕਿ ਮੈਂ ਜਦੋਂ ਗੱਲ ਕਰਦਾ ਸੀ ਬੈਨੀਫਿਟ ਦੀ, ਡਿਸੇਬਿਲਿਟੀ ਬੈਨੀਫਿਟ ਵੀ ਇਹਨਾਂ ਨੇ ਵਧਾਏ ਨੇ। ਇਸ ਤੋਂ ਇਲਾਵਾ ਜਿਹੜਾ ਸੀ ਇਹਨਾਂ ਡਾਕਟਰਸ, ਨਰਸਿਸ, ਡੈਂਟਿਸਟ, ਟੀਚਰਸ, ਉਹਨਾਂ ਦੀ ਜਾਂ ਉਹਨਾਂ ਵਾਸਤੇ ਵੀ ਹਾਇਰ ਕਰਨ ਵਾਸਤੇ ਵੀ ਇਹਨਾਂ ਨੇ ਕਿਹਾ ਅਸੀਂ ਪੈਸੇ ਟ੍ਰਾਂਸਫਰ ਕਰਾਂਗੇ। ਇਸ ਪ੍ਰੋਗਰਾਮ ਤੋਂ ਆਪਾਂ ਕਿੰਨੀ ਵਾਰੀ ਗੱਲ ਕੀਤੀ ਹੈ, ਬਹੁਤ ਇੰਪੋਰਟੈਂਟ ਪੁਆਇੰਟ ਹੈ ਮੇਰੇ ਦਿਮਾਗ 'ਚ
ਹੁਣ ਆਇਆ ਦੁਬਾਰਾ ਕਿ ਜਿਹੜਾ ਵੈਕਸੀਨੇਸ਼ਨ ਹੈ ਇਹ ਕਿਸ ਤਰ੍ਹਾਂ ਹੋ ਸਕਦਾ ਵੀ ਇੱਕ ਘਰ ਦੇ ਵਿੱਚ 4 ਬੰਦੇ ਕਹਿਣ ਵੀ ਮੈਂ ਵੈਕਸੀਨੇਸ਼ਨ ਲਵਾਉਣਾ, ਪੰਜਵਾਂ ਕਿ ਮੈਂ ਨਹੀਂ ਲਵਾਉਣਾ, ਇਹ ਮੇਰੀ ਮਰਜ਼ੀ ਹੈ। ਤੇ ਜੇ ਤੁਸੀਂ ਕਿਤੇ ਜਗ੍ਹਾ ਤੇ ਵਿੱਚ ਜਾਣਾ ਪ੍ਰੂਫ ਤੁਹਾਡੇ ਕੋਲ ਨਹੀਂ ਹੈਗਾ, ਸੋ ਪ੍ਰੂਫ ਜਿਹੜਾ ਵੈਕਸੀਨੇਸ਼ਨ ਦਾ ਗਵਰਨਮੈਂਟ ਨੇ ਕਿਹਾ ਵੀ ਅਸੀਂ ਉਹਦੇ ਵਾਸਤੇ ਵੀ ਜਿਹੜੇ ਪ੍ਰੋਵਿੰਸ ਲਾਗੂ ਕਰਨਗੇ ਉਹਨਾਂ ਦੀ ਅਸੀਂ ਮਦਦ ਕਰਾਂਗੇ ਫਾਈਨੈਂਸ਼ੀਅਲੀ। ਇਸ ਤੋਂ ਇਲਾਵਾ ਜਿਹੜਾ ਪਹਿਲਾਂ ਮੈਂਟਲ ਹੈਲਥ ਦੀ ਮੈਂ ਤੁਹਾਡੇ ਨਾਲ ਗੱਲ ਕਰ ਚੁੱਕਾ ਅੱਗੇ, ਪਰ ਇੱਕ ਜਿਹੜਾ ਸਾਡੀਆਂ ਜਿਹੜੀਆਂ ਸਾਊਥ ਏਸ਼ੀਅਨ ਜਾਂ ਕੋਈ ਵੀ ਜਿਹੜਾ ਭਾਈਚਾਰਾ ਉਹਦੇ ਵਾਸਤੇ ਇੱਕ ਬੜੀ ਵੱਡੀ ਅਨਾਉਂਸਮੈਂਟ ਅੱਜ ਹੋਈ ਹੈ ਵਿੱਚ ਹੀ ਹੈ, ਪਰ ਉਹ ਹਾਈਲਾਈਟ ਹੌਲੀ ਹੌਲੀ ਹੋਣੀ ਸੀ। ਪਹਿਲੀ ਗੱਲ ਤਾਂ ਵੀ ਜਦੋਂ ਵੀ ਕੋਈ ਇੱਥੇ ਬੰਦਾ ਆਉਂਦਾ, ਵਿਜ਼ਟਰ ਆਉਂਦਾ, ਪਹਿਲਾਂ ਕੰਮ ਕਰਦਾ, ਫਿਰ ਉਹ PR ਲੈਂਦਾ, PR ਤੋਂ ਬਾਅਦ ਹਰ ਇੱਕ ਦੀ ਆਸ ਹੁੰਦੀ ਹੈ ਵੀ ਮੈਂ ਇਸ ਮੁਲਕ ਦਾ ਮੈਂ ਸ਼ਹਿਰੀ ਬਣਨਾ, ਮੈਂ ਸਿਟੀਜ਼ਨਸ਼ਿਪ ਲੈਣੀ ਹੈ। ਸਿਟੀਜ਼ਨਸ਼ਿਪ ਦੀ ਪਹਿਲਾਂ ਫੀਸ ਹੁੰਦੀ ਸੀ, ਹੁਣ ਜਿਹੜਾ ਆਉਣ ਵਾਲਾ ਟਾਈਮ ਹੈ ਉਹਦੇ ਵਿੱਚ ਸਿਟੀਜ਼ਨਸ਼ਿਪ ਦੀ ਫੀਸ ਕੋਈ ਨਹੀਂ ਹੋਣੀ। ਉਹ ਮੈਂ ਸਮਝਦਾ ਵੀ ਇੱਕ ਫੈਮਿਲੀ ਦੇ 5 ਮੈਂਬਰ ਨੇ ਜਾਂ ਤੁਹਾਡੇ ਰਿਸ਼ਤੇਦਾਰ ਆਏ ਨੇ, ਫੈਮਿਲੀ ਵਿੱਚ ਕੋਈ ਕਿਸੇ ਦੇ ਮਾਂ-ਬਾਪ ਨੇ, ਭੈਣ ਭਰਾ ਨੇ, ਸੋ ਹਜ਼ਾਰਾਂ ਡਾਲਰਾਂ ਦੀ ਬਜਟ ਹੋਣੀ, ਬਚਤ ਹੋਣੀ। ਸੋ ਯੂ ਵਿਲ ਸੇਵ ਲੋਟ ਆਫ ਮਨੀ। ਇਹ ਵੀ ਬੜਾ ਇੰਪੋਰਟੈਂਟ ਹੈ ਲੋਕਾਂ ਵਾਸਤੇ, ਕਿਉਂਕਿ ਇਹ ਕਾਫੀ ਲੋਕਾਂ ਦੀ ਡਿਮਾਂਡ ਸੀ ਵੀ ਅਸੀਂ ਪਹਿਲਾਂ ਤੇ ਇਮੀਗ੍ਰੇਸ਼ਨ ਦੀ ਫੀਸ ਦਿੰਦੇ ਹਾਂ, ਫਿਰ ਅਸੀਂ ਉਸ ਤੋਂ ਇਲਾਵਾ ਜਿਹੜੀਆਂ ਹੋਰ ਫੀਸ ਦੇਣ ਤੋਂ ਬਾਅਦ ਇਸ ਸਟੇਜ 'ਤੇ ਪਹੁੰਚਦੇ ਹਾਂ। ਅਤੇ ਮੈਨੂੰ ਪਤਾ ਵੀ ਕਈ ਫੈਮਲੀਜ਼ ਨੇ ਉਹ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਨਹੀਂ ਦੇ ਰਹੇ, ਕਿਉਂਕਿ ਉਹਨਾਂ ਨੂੰ ਪਤਾ ਜੇ 4 ਮੈਂਬਰ ਅਪਲਾਈ ਕਰਨਗੇ $600-700 ਪਰ ਪਰਸਨ ਹੈ, ਸੋ $2600 ਖਰਚ ਹੋਣੇ ਨੇ। ਅਤੇ $2600 ਬਚਾਉਣ ਵਾਸਤੇ ਤੁਹਾਨੂੰ ਐਵਰੇਜ ਬੰਦਾ ਇਟ ਟੇਕਸ 2 to 3 months। ਅਤੇ ਤੁਸੀਂ ਪਹਿਲਾਂ ਆਪਣਾ ਕੰਮ ਕਰਨਾ, ਫਿਰ ਆਪਣਾ ਰੈਂਟ ਦੇਣਾ, ਕਾਰ ਦਾ ਖਰਚਾ, ਬਿਜਲੀ ਦਾ ਖਰਚਾ, ਬੱਚਿਆਂ ਦੀ ਪੜ੍ਹਾਈ ਦਾ ਖਰਚਾ, ਸੋ ਪੈਸੇ ਬਚਾਉਣਾ ਬੜਾ ਔਖਾ ਹੈ। ਸੋ ਇਸ ਟਾਈਮ ਦੇ ਵਿੱਚ ਬੜਾ ਟਾਈਮਲੀ ਅਨਾਉਂਸਮੈਂਟ ਹੈ ਕਿ ਜਿਹੜਾ ਇਮੀਗ੍ਰੇਸ਼ਨ ਬਾਰੇ ਵੀ ਤੇ ਉਹ ਸਿਟੀਜ਼ਨਸ਼ਿਪ ਵਾਸਤੇ ਜਿਹੜੀ ਐਪਲੀਕੇਸ਼ਨ ਦਾ ਸਪੋਰਟ ਹੋਣਾ। ਫਿਰ ਉਸ ਤੋਂ ਇਲਾਵਾ ਸੀਨੀਅਰ ਦੀ ਮੈਂ ਪਹਿਲਾਂ ਗੱਲ ਕੀਤੀ ਹੈ ਵੀ ਇੱਕ ਤਾਂ ਉਹਨਾਂ ਨੂੰ $500 ਦਾ ਬੈਨੀਫਿਟ ਮਿਲਣਾ ਹੋਰ, ਅਤੇ ਇਸ ਟਾਈਮ ਦੇ ਵਿੱਚ ਜਿਹੜਾ ਸਿੰਗਲ ਜਿਹੜੀ ਪੇਮੈਂਟ ਪਲੱਸ ਜਿਹੜਾ ਉਹਨਾਂ ਦੀ ਜਿਹੜਾ ਹੈਗੀ ਹੈ GIC ਜਿਹੜਾ ਉਹਨੂੰ ਵੀ ਫਾਇਦਾ ਹੋਣਾ। 10% ਜਿਹੜੇ ਸੀਨੀਅਰਸ ਨੇ ਉਹਨਾਂ ਨੂੰ ਇਸ ਗੱਲ ਦਾ ਫਾਇਦਾ ਹੋਣਾ। ਕਮ ਸੇ ਕਮ 9 ਲੱਖ ਜਿਹੜੇ ਸੀਨੀਅਰਸ ਨੇ ਉਹਨਾਂ ਨੂੰ ਇਸ ਚੀਜ਼ ਦਾ ਜਿਹੜਾ ਬੈਨੀਫਿਟ ਹੋਣਾ। ਬਹੁਤ ਨੇ ਗੱਲਾਂ ਜਿਹੜੀਆਂ ਕਰਨ ਵਾਲੀਆਂ ਨੇ, ਪਰ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਲੋਕਾਂ ਦੀ ਸਰਵਿਸ ਵਾਸਤੇ, ਉਹਨਾਂ ਦੀ ਹੈਲਥ ਵਾਸਤੇ, ਐਜੂਕੇਸ਼ਨ ਵਾਸਤੇ, ਵਾਤਾਵਰਨ ਵਾਸਤੇ, ਆਪਣੀ ਸੇਫਟੀ ਵਾਸਤੇ, ਟਰੈਵਲ ਕਰਨ ਵਾਸਤੇ, ਫਿਊਚਰ ਵਾਸਤੇ ਵੈਕਸੀਨੇਸ਼ਨ ਦੀ ਡਿਵੈਲਪਮੈਂਟ ਕਰਨੀ, ਆਪਣਾ ਜਿਹੜਾ ਇਸ ਸਿਸਟਮ ਨੂੰ ਐਸਟੈਬਲਿਸ਼ ਕਰਨਾ। ਤੇ ਇਸ ਸਰਕਾਰ ਦੀਆਂ ਬੜੀਆਂ ਵੱਡੀਆਂ ਅਚੀਵਮੈਂਟਸ ਨੇ, ਪਰ ਉਨੀ ਦੇਰ ਤੱਕ ਗੱਲ ਨਹੀਂ ਬਣਨੀ ਜਿੰਨੀ ਦੇਰ ਤੱਕ ਸਟਰੋਂਗ ਮੈਂਡੇਟ ਉਹੀ ਇਹੋ ਤੇ ਮੰਗਦੇ ਪਏ ਨੇ। ਸਾਰੇ ਲੋਕੀ ਕਹਿੰਦੇ ਸੀ ਇਲੈਕਸ਼ਨ ਕਿਉਂ ਕਾਲ ਕਰ ਲਈ। ਇਲੈਕਸ਼ਨ ਤੇ ਕਾਲ ਕੀਤੀ ਹੈ ਵੀ ਦੱਸਣ ਵਾਸਤੇ ਕਿ ਪਿਛਲੇ 19 ਮਹੀਨਿਆਂ ਵਿੱਚ ਕੀ ਹੋਇਆ, ਤੇ ਜੇ ਤੁਸੀਂ ਅਗਲੇ 18 ਮਹੀਨਿਆਂ ਹੋਇਆ, ਸੌਰੀ ਪਤਾ ਨਹੀਂ ਮੈਂ 19 ਕਿਉਂ ਕਹਿ ਰਿਹਾ, 18 ਮਹੀਨਿਆਂ ਦੇ ਵਿੱਚ ਕੀ ਹੋਇਆ, ਤੇ ਜਿਹੜਾ ਆਉਣ ਵਾਲਾ ਸਮਾਂ ਤੁਸੀਂ 18 ਸਾਲਾਂ ਵਿੱਚ ਕੀ ਅਚੀਵ ਕਰਨਾ। ਸੋ ਇਹ ਸਾਰੀਆਂ ਡਾਕਟਰ ਜੀ, ਮੈਂ ਆਪਾਂ ਕਲਾਈਮੇਟ ਚੇਂਜ ਦੀ ਵੀ ਗੱਲ ਕਰ ਲੈਂਦੇ ਹਾਂ, ਕਿਉਂਕਿ ਕਲਾਈਮੇਟ ਚੇਂਜ ਦੀ ਗੱਲ ਬਹੁਤ ਜ਼ਿਆਦਾ ਹੋ ਰਹੀ ਹੈ। ਕਿਉਂਕਿ ਜਦੋਂ ਅਸੀਂ ਜੰਗਲੀ ਅੱਗਾਂ ਦੀ ਗੱਲ ਕਰਦੇ ਹਾਂ, ਅਸੀਂ BC ਦੇ ਵਿੱਚ ਹੀ ਦੇਖਿਆ, ਅਸੀਂ ਰਹਿੰਦੇ ਹਾਂ। ਹੋਰ ਵੀ ਪੂਰੇ ਕੈਨੇਡਾ ਦੇ ਵਿੱਚ ਚਾਹੇ ਹੜ੍ਹਾਂ ਦੀ ਗੱਲ ਆ ਜੇ, ਚਾਹੇ ਮੀਂਹ ਦੀ ਗੱਲ ਆ ਜੇ, ਚਾਹੇ ਉਹ ਹੋਰ ਦਰਖਤ ਕੱਟਣ ਦੀ ਗੱਲ ਆ ਜੇ, ਨਾਲ ਇਹ ਸਰਕਾਰ ਕਹਿ ਰਹੀ ਹੈ ਕਿ ਅਸੀਂ ਪਾਈਪਲਾਈਨ ਬਿਲਡ ਕਰਨੀ ਹੈ, ਤੇ ਨਾਲ ਕਲਾਈਮੇਟ ਚੇਂਜ ਦੀ ਵੀ ਗੱਲ ਕੀਤੀ ਜਾ ਰਹੀ ਹੈ। ਨਾਲ ਇਹ ਵੀ ਕੀਤਾ ਜਾ ਰਿਹਾ ਕਿ ਅਸੀਂ ਕਲਾਈਮੇਟ ਨੂੰ ਬਚਾ ਕੇ ਰੱਖਣਾ, ਤੇ ਨਾਲ ਇਹ ਹੋਰ ਚੀਜ਼ਾਂ ਜਿਵੇਂ ਕਹਿ ਸਕਦੇ ਹਾਂ ਕਿ ਇੰਡੀਜੀਨਸ ਪੀਪਲ ਜਿਹੜੇ ਨੇ ਉਹ ਪ੍ਰੋਟੈਸਟ ਕਰਦੇ ਨੇ ਕਿ ਪਾਈਪਲਾਈਨਸ ਨਾ ਬਣਾਈਆਂ ਜਾਣ। ਇਹ ਪੈਰਲਲ ਕਿਵੇਂ ਚੱਲੂਗਾ, ਇੱਕ ਕਲਾਈਮੇਟ ਪਲਾਨ ਤੇ ਨਾਲ ਪਾਈਪਲਾਈਨ ਦਾ ਪਲਾਨ? ਦੇਖੋ, ਹਰ ਚੀਜ਼ ਦਾ ਬੈਲੈਂਸ ਬੜਾ ਇੰਪੋਰਟੈਂਟ ਹੈ। ਕੋਈ ਵੀ ਚੀਜ਼ ਅਚੀਵ ਕਰਨ ਵਾਸਤੇ, ਸਰਕਾਰ ਨੂੰ ਚਲਾਉਣ ਵਾਸਤੇ, ਇਕਾਨਮੀ ਨੂੰ ਚਲਾਉਣ ਵਾਸਤੇ ਹਰ ਚੀਜ਼ ਨੂੰ ਬੈਲੈਂਸ ਕਰਨਾ ਪੈਣਾ। ਉਹਦੇ ਵਾਸਤੇ ਇੱਕ ਜਿਹੜਾ ਨਾ ਰੋਡ ਮੈਪ ਹੈਗਾ ਸਾਡੇ ਸਾਰਿਆਂ ਸਾਹਮਣੇ। ਜਿਹੜੀ ਸਾਡੀ ਪਾਰਟੀ ਨੇ ਇਹਨਾਂ ਦਾ ਬੜਾ ਕਲੀਅਰ ਹੈ ਵੀ ਜਿਹੜਾ ਸਾਡੇ ਜਿਹੜੇ ਕਲਾਈਮੇਟ ਚੇਂਜ ਦਾ ਜਿਹੜਾ ਐਕਸ਼ਨ ਪਲਾਨ ਲੋਕਾਂ ਦੇ ਸਾਹਮਣੇ ਹੈਗਾ, ਇਹਦੀ ਅਪਰੂਵਲ ਪੈਰਿਸ ਵਿੱਚ ਹੋਈ ਸੀ। ਉਹ ਉਸ ਚੀਜ਼ ਦੇ ਨਾਲ ਪੂਰਾ ਉਸ ਚੀਜ਼ 'ਤੇ ਖੜੇ ਨੇ। ਪਰ ਜਿਹੜੀ ਦੂਜੀ ਪਾਰਟੀ ਬਾਰੇ ਤੁਸੀਂ ਉਹਨਾਂ ਨੂੰ ਜਦੋਂ ਆ ਗਏ ਉਹਨਾਂ ਨਾਲ ਗੱਲ ਕਰਿਓ ਵੀ ਜਦੋਂ 10 ਸਾਲ ਸੀ ਉਹਨਾਂ ਨੇ ਕੀ ਕੀਤਾ। ਪਰ ਮੇਰਾ ਤਰੀਕਾ ਹੈਗਾ ਕਿ ਆਪਣੀ ਜਿਹੜੀ ਲਿਬਰਲ ਪਾਰਟੀ ਦੀ ਲਾਈਨ ਹੀ ਏਡੀ ਵੱਡੀ ਹੈ ਵੀ ਤੁਹਾਨੂੰ ਕਿਸੇ ਦੀ ਲਾਈਨ ਛੋਟੀ ਕਰਨ ਦੀ ਜ਼ਰੂਰਤ ਨਹੀਂ। ਉਹਨਾਂ ਦੀ ਲਾਈਨ ਹੀ ਹੈ ਨਹੀਂ, ਉਹਨਾਂ ਦੀ ਜਿਹੜੀ ਕਾਰਵਾਈ ਉਹਨਾਂ ਦੀ ਪੂਰੀ ਜਿਹੜੀ ਨਾ ਵੱਖਰੀ ਹੈ। ਵਾਅਦੇ ਕਰਨੇ, ਜਿਹੜੀ ਤੀਜੀ ਪਾਰਟੀ ਦੀ ਤਾਂ ਮੈਂ ਗੱਲ ਹੀ ਨਹੀਂ ਕਰਦਾ, ਕਿਉਂਕਿ ਵਾਅਦੇ ਕਰਨੇ ਤਾਂ ਅਸੀਂ ਆਹ ਵੀ ਦੇ ਦਾਂਗੇ, ਕੋਈ ਐਕਸ਼ਨ ਤਾਂ ਹੈ ਨਹੀਂ। ਪਰ ਇਸ ਜਿਹੜੀ ਸਰਕਾਰ ਹੈ, ਇਹਨਾਂ ਨੇ ਪਿਛਲੇ
ਕੋਈ 6 ਸਾਲਾਂ ਵਿੱਚ ਸ਼ੋਅ ਕੀਤਾ 2015 ਚੋਂ ਵੀ ਅਸੀਂ ਕੀ ਕੀਤਾ। ਸਾਡੇ ਕੋਲੋਂ ਇਹਨਾਂ ਕੋਲੋਂ ਰੈਕਡ ਹੈਗਾ, ਇਹਨਾਂ ਕੋਲ ਟੀਮ ਹੈਗੀ ਹੈ। ਸੋ ਟੀਮ ਅਪਰੋਚ ਬੜੀ ਇੰਪੋਰਟੈਂਟ ਹੈ। ਅੱਜ ਤੁਸੀਂ ਨੋਟ ਕੀਤਾ ਹੋਣਾ ਸਵੇਰੇ ਕਿ ਜਦੋਂ ਇਹਨਾਂ ਨੇ ਪਲੇਟਫਾਰਮ ਆਪਣਾ ਪੇਸ਼ ਕੀਤਾ, ਨੰਬਰ ਡਿਫਰੈਂਟ ਕੰਟਰੀ ਦਾ ਡਿਫਰੈਂਟ ਪ੍ਰੋਵਿੰਸ ਤੋਂ ਹਰ ਤਰ੍ਹਾਂ ਦੇ ਜਿਹੜੇ ਕੈਂਡੀਡੇਟਸ ਖੜੇ ਨੇ ਉਹਨਾਂ ਨੇ ਗੱਲਬਾਤ ਕੀਤੀ, ਉਹਨਾਂ ਨੇ ਦੱਸਿਆ ਕਿਸ ਤਰ੍ਹਾਂ ਫੀਲ ਕਰਨੇ ਆ ਵੀ ਕਿਸ ਤਰੀਕੇ ਨਾਲ ਕੰਮ ਹੋ ਰਿਹਾ। ਸੋ ਇਹ ਸਮਝਣਾ ਵੀ ਜਿਹੜਾ ਇਹਦੇ ਵਿੱਚ ਡਿਪਟੀ ਪ੍ਰਾਈਮ ਮਿਨਿਸਟਰ ਉਹਨਾਂ ਨੇ ਵੀ ਸਵੇਰੇ ਬੜੇ ਸੋਹਣੇ ਤਰੀਕੇ ਨਾਲ ਪੇਸ਼ ਕੀਤਾ। ਮੇਰੇ ਇੱਕ ਦੋਸਤ ਨੇ ਆਪਣੇ ਟੈਰੀ ਡੂਗਟ ਫਰਮ ਮੈਨੀਟੋਬਾ, ਉਹ ਕੋ ਚੇਅਰ ਨੇ ਪਲੇਟਫਾਰਮ ਦੇ, ਤੇ ਵਿਨੀਪੈਗ ਸਾਊਥ ਸੈਂਟਰ ਤੋਂ ਖੜੇ ਨੇ। ਤੇ ਉਹਨਾਂ ਦਾ ਬੜਾ ਕੀ ਰੋਲ ਸੀ। ਉਹਨਾਂ ਨਾਲ ਮੈਂ ਸਵੇਰੇ ਗੱਲ ਕੀਤੀ ਸੀ ਵੀ ਇਸ ਗੱਲ ਬਾਰੇ ਕਿ ਬੜੇ ਵਾਤਾਵਰਨ ਦੇ ਬੜੇ ਪੱਕੇ ਨੇ ਇਸ ਗੱਲ ਦੇ। ਇਸ ਤੋਂ ਇਲਾਵਾ ਹੋਰ ਵੀ ਮੈਂ ਬਹੁਤ ਸਾਰੇ ਮੈਂਬਰਸ ਆਫ ਪਾਰਲੀਮੈਂਟ ਨੂੰ ਫਸਟ ਨਾਮ ਤੋਂ ਜਾਣਨਾ, ਮੇਰੇ ਕੋਲ ਆਏ ਨੇ, ਮੇਰੇ ਕੋਲ ਆਉਂਦੇ ਜਾਂਦੇ ਰਹਿੰਦੇ ਨੇ। ਮੈਂ ਉਹਨਾਂ ਸਾਰਿਆਂ ਲਈ ਅਸੀਂ ਕੰਮ ਕਰਨੇ ਆ। ਕਿਸ ਕਰਕੇ ਕੰਮ ਕਰਨੇ ਆ ਵੈਰੀ ਕਲੀਅਰਲੀ। ਇਹ ਜਿਹੜਾ ਪਲੇਟਫਾਰਮ ਹੈ, ਮੈਂ ਇਹਦੇ ਬਾਰੇ ਗੱਲ ਤਾਂ ਕਰਨਾ ਪਿਆ ਕਿਉਂਕਿ ਜੋ ਵੀ ਤੁਸੀਂ ਕੰਮ ਕਰਦੇ ਹੋ ਜੀ, ਆਈਦਰ ਤੁਸੀਂ ਪਰਸਨਲੀ ਕਰਦੇ ਹੋ ਜਾਂ ਪ੍ਰੋਫੈਸ਼ਨਲੀ ਕਰਦੇ ਹੋ ਜਾਂ ਕਿਸੇ ਕਾਜ਼ ਲਈ ਕਿਸੇ ਚੀਜ਼ ਨਾਲ ਜੁੜੇ ਹੋ, ਤੇ ਉਸ ਚੀਜ਼ ਨੂੰ ਦੱਸਣਾ। ਜਿੱਥੇ ਜਿਹੜੀ ਪਾਰਟੀ ਨਾਲ ਜੁੜੇ ਤੁਸੀਂ ਆਪਣਾ ਆ ਕੇ ਗੱਲ ਕਰੋ। ਅਸੀਂ ਆਪਣੀ ਪਾਰਟੀ ਵੱਲੋਂ ਤੁਹਾਡੇ ਨਾਲ ਮੈਂ ਸ਼ੇਅਰ ਕੀਤਾ ਸਾਰਿਆਂ ਨਾਲ। ਮੈਂ ਸਮਝਦਾ ਤੁਸੀਂ ਇਸ ਚੀਜ਼ ਨੂੰ ਦੇਖੋ। ਇਹਨਾਂ ਦਾ ਜਸਟਿਨ ਟਰੂਡੋ ਉਹਨਾਂ ਦਾ ਪਿਛਲੇ 6 ਸਾਲਾਂ ਦਾ ਕੰਮ ਦੇਖੋ, ਉਹਨਾਂ ਦੇਖੋ ਵੀ ਕਿਸ ਸਟੇਜ ਤੇ ਕੰਟਰੀ ਨੂੰ ਪਹੁੰਚਾਇਆ, ਕਿ ਲੋਕੀ ਸਾਡੇ ਵੱਲ ਵੇਖਦੇ ਨੇ ਵੀ ਇਹ ਚੰਗੇ ਪਾਸੇ ਚੱਲਦੇ ਪਏ ਨੇ। ਸੋ ਬਾਕੀ ਦੇ ਲੋਕਾਂ ਨੇ ਫੈਸਲਾ ਕਰਨਾ। ਜਿਵੇਂ ਤੁਸੀਂ ਕਿਹਾ ਲੋਕਾਂ ਨੇ ਫੈਸਲਾ ਕਰਨਾ। ਸਰਵੇ ਅਸੀਂ ਦੇਖਦੇ ਹਾਂ ਜਦੋਂ ਉਹ ਪੱਕੇ ਤਾਂ ਨਹੀਂ ਹੁੰਦੇ, ਉਹਦੇ ਉੱਤੇ ਕਹਿ ਸਕਦੇ ਹਾਂ ਕਿ ਚੋਣ ਦੇ ਰਿਜ਼ਲਟ ਜਿਹੜੇ ਨੇ ਉਹ ਡਿਪੈਂਡ ਨਹੀਂ ਕਰਦੇ, ਪਰ ਫਿਰ ਵੀ ਜਦੋਂ ਅਸੀਂ ਸਰਵੇਜ਼ ਦੇਖਦੇ ਹਾਂ, ਪਿਛਲੇ ਦਿਨਾਂ ਦੇ ਵਿੱਚ ਦੇਖਿਆ ਸੀ 2-3% ਦਾ ਫਰਕ ਸੀ ਕੰਜ਼ਰਵੇਟਿਵਸ ਤੇ ਲਿਬਰਲਸ ਦੇ ਵਿੱਚ। ਪਰ ਹੁਣ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆ ਰਹੇ ਨੇ, ਫਸਵੀਂ ਟੱਕਰ ਹੁੰਦੀ ਜਾ ਰਹੀ ਹੈ। ਅਸੀਂ ਦੇਖਿਆ ਕਿ ਜਿੱਥੇ 30% ਦੇ ਉੱਤੇ ਲਿਬਰਲ ਪਿੱਛੇ ਆ ਗਏ ਨੇ, ਉੱਥੇ ਕੰਜ਼ਰਵੇਟਿਵ ਜਿਹੜੇ ਨੇ ਉਹ ਘੱਟੋ ਘੱਟ 29-29.5% ਤੇ ਅੱਗੇ ਹੈਗੇ ਨੇ। ਲੈਜਰ ਦਾ ਸਰਵੇ ਆਇਆ ਹੈ, ਹੋਰ ਬਹੁਤ ਸਾਰੇ ਸਰਵੇ ਆਏ ਹੈਗੇ ਨੇ। ਉਹ ਚਾਹੇ ਘੱਟ ਕੈਨੇਡੀਅਨਸ ਤੇ ਕੀਤੇ ਜਾਂਦੇ ਨੇ, ਪਰ ਫਿਰ ਵੀ ਇੱਕ ਅੰਦਾਜ਼ਾ ਲਗਾ ਕੇ ਚੱਲੀਏ। ਸੋ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਸਰਵੇਖਣ ਦੇ ਵਿੱਚ ਇੰਨੀ ਟਾਈਟ ਰੇਸ ਜਿਹੜੀ ਹੋ ਰਹੀ ਹੈ ਉਹ ਕਿਉਂ ਹੋ ਰਹੀ ਹੈ, ਕਿਵੇਂ ਹੋ ਰਹੀ ਹੈ, ਤੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਸ ਨੂੰ? ਦੇਖੋ, ਮੈਂ 40 ਸਾਲ ਤੋਂ ਇਸ ਕੰਮ 'ਚ ਇਨਵੋਲਵ ਹਾਂ। ਕੋਈ ਵੀ ਜਿਹੜਾ ਸਰਵੇ ਨਾ, ਅਨਲੈਸ ਕੋਈ ਬੜੀ ਵੱਡੀ ਵੇਵ ਆ ਰਿਹਾ, ਤੂਫਾਨ ਕੋ ਆ ਗਿਆ, ਸੁਨਾਮੀ ਆ ਗਈ ਪੋਲੀਟਿਕਸ ਦੇ ਵਿੱਚ। ਇੱਕ ਵਾਰੀ ਆਈ ਸੀ ਜਦੋਂ ਦੂਸਰੀ ਪਾਰਟੀ ਦੀ ਆਈ ਸੀ, ਕਾਫੀ ਸੀਟਾਂ ਬਰਾਇਮ ਮਰੋਨੀ ਦੇ ਅੰਡਰ ਬੜੀਆਂ ਵਿਨ ਕੀਤੀਆਂ। ਉਸ ਤੋਂ ਇਲਾਵਾ ਜੌਨ ਕਰਚਿਆਂ ਦੇ ਟਾਈਮ ਦੇ ਵਿੱਚ ਸਾਰਾ ਸਫਾਇਆ ਹੋ ਗਿਆ ਸੀ ਬਾਕੀਆਂ ਦਾ। ਅਸੀਂ BC ਵਿੱਚ 2001 ਦੇ ਵਿੱਚ ਸਾਰਾ ਸਫਾਇਆ ਕਰਤਾ ਸੀ, ਪਰ ਪਿਛਲੀ ਇਲੈਕਸ਼ਨ 'ਚ ਸਾਡਾ ਸਫਾਇਆ ਹੋ ਗਿਆ BC 'ਚ। ਸੋ ਇਹ ਜਿਹੜੀਆਂ ਗੱਲਾਂ ਨੇ ਨਾ, ਇਹ ਜਿਹੜੇ ਪੋਲ ਨੇ, ਇੱਕੋ ਪੋਲ ਕਾਊਂਟ ਕਰਨਾ ਅਖੀਰ ਦੇ ਵਿੱਚ ਓਪੀਨੀਅਨ ਤੇ ਮੈਟਰ ਕਰਦੀ ਹੈ। ਲੋਕੀ ਸੋਚਦੇ ਪਏ ਨੇ ਕਿ ਜਿਹੜੀ ਕੈਨੇਡਾ ਦੀ ਓਵਰਆਲ ਜਿਹੜੀ ਇਲੈਕਸ਼ਨ ਹੁੰਦੀ ਹੈ ਨਾ, ਇਹ ਹਮੇਸ਼ਾ 3-4% ਦੇ ਫੈਸਲਾ ਹੁੰਦਾ ਹੈ। ਹਰ ਪਾਰਟੀ ਦੇ ਨਾਲ ਲੋਕ ਜੁੜੇ ਨੇ। ਇੱਕ ਜਿਸ ਤਰ੍ਹਾਂ ਸਾਡੇ ਵਰਗੇ ਲੋਕ ਨੇ, ਉਹਨਾਂ ਨੇ ਆਪਣੀ ਪਾਰਟੀ ਨਾਲ ਖੜੇ ਰਹਿਣਾ, ਪਰ ਵਿਚਕਾਰ ਹੁੰਦੇ 15-20% ਜਿਹੜੇ ਲੋਕ ਚੇਂਜ ਹੁੰਦੇ ਨੇ। ਹੋ ਸਕਦਾ ਵੀ ਉਹਨਾਂ ਦੀ ਕੋਈ ਫਸਟ ਚੁਆਇਸ A ਪਾਰਟੀ ਹੋਏ, B ਕੋਈ ਹੋਏ, C ਕਿਹੜੀ ਹੋ ਸਕਦੀ ਹੈ। ਪਰ ਓਵਰਆਲ ਜਿਹੜੀ ਹੈ ਨਾ, ਐਟ ਦੀ ਐਂਡ ਅਜੇ ਮਿਡਲ 'ਚ ਕੰਮ ਚੱਲਿਆ। ਕੰਪੀਟੀਸ਼ਨ ਟਫ ਹੈ, ਇਹਦੇ ਵਿੱਚ ਤੇ ਕੋਈ ਸ਼ੱਕ ਨਹੀਂ, ਪਰ ਕੰਪੀਟੀਸ਼ਨ ਹੋਣਾ ਬੜਾ ਇੰਪੋਰਟੈਂਟ ਹੈ। ਪਰ ਕੰਪੀਟੀਸ਼ਨ ਦੇ ਨਾਲ ਜਿਹੜਾ ਉਸ ਚੀਜ਼ ਨੂੰ ਵੇਖਣਾ ਵੀ ਪੈਣਾ ਵੀ ਭਾਵਕ ਹੋ ਕੇ ਵੋਟ ਨਹੀਂ ਪਾ ਸਕਦੇ, ਲੌਜਿਕ ਨਾਲ ਵੋਟ ਪਾਣੀ ਹੈ। ਕਿਉਂਕਿ ਜੇ ਤੁਸੀਂ ਭਾਵਕ ਹੋ ਕੇ ਵੋਟ ਪਾਉਂਦੇ ਤੇ ਸਾਡੀ ਜਿਹੜੀ ਸਰਕਾਰ ਸੀ BC ਦੀ ਨਾ ਬਣ ਜਾਂਦੀ ਪਿਛਲੀ ਵਾਰੀ। ਲੋਕਾਂ ਨੇ ਇਹ ਸੋਚ ਕੇ ਵੋਟ ਪਾਈ ਵੀ ਜਿਹੜੀ ਵੀ ਸਰਕਾਰ, ਸਮੇਂ ਦੀ ਸਰਕਾਰ, ਜਿੰਨੇ ਚੰਗੇ ਕੰਮ ਕੀਤੇ ਨੇ ਲੋਕੀ ਉਹਦੇ ਨਾਲ ਜੁੜੇ ਨੇ, ਉਹ ਪਰਸੈਂਟੇਜ ਹੈਗੀ ਜਿਹੜੀ ਸ਼ਿਫਟ ਹੁੰਦੀ ਹੈ। ਉਹ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ। ਪਰ ਕੋਈ ਇੰਨੀ ਗੱਲ ਤੇ ਜ਼ਰੂਰ ਹੈਗੀ ਹੈ ਵੀ ਮੁਸ਼ਕਿਲ ਹੈਗਾ, ਬੜਾ ਕੰਪੀਟੀਸ਼ਨ ਹੈਗਾ, ਪਰ ਵਰਕ ਹਾਰਡ ਕਰਨਾ ਪੈਣਾ ਸਾਰਿਆਂ ਨੂੰ। ਪਰ ਜੇ ਤੁਸੀਂ ਕਹੋ ਵੀ ਸੁੱਤੇ ਪਏ ਕਿਸੇ ਨੇ ਵਿਨ ਹੋ ਜਾਣਾ, ਉਹ ਤੇ ਗੱਲ ਹੋਣੀ ਨਹੀਂ। ਕੰਮ ਤੇ ਕਰਨਾ ਪੈਣਾ, ਲੋਕਾਂ ਨੂੰ ਮਿਲਣਾ ਪੈਣਾ, ਸਾਰਿਆਂ ਨੂੰ ਜਾ ਕੇ ਤੇ ਪਾਲਿਸੀਜ਼ ਐਕਸਪਲੇਨ ਕਰਨੀਆਂ ਪੈਣੀਆਂ। ਪਾਲਿਸੀਜ਼ ਐਕਸਪਲੇਨ ਕਰਨ ਵਾਸਤੇ ਇਹਨੂੰ ਪਾਲਿਸੀ ਨੂੰ ਪੜ੍ਹਨਾ ਪੈਣਾ, ਪੜ੍ਹ ਕੇ ਲੋਕਾਂ ਨਾਲ ਗੱਲਬਾਤ ਕਰਨੀ ਪੈਣੀ ਹੈ। ਸਤਿ ਸ੍ਰੀ ਅਕਾਲ ਨਾਲ ਗੱਲ ਨਹੀਂ ਬਣਨੀ। ਜਿਹੜੇ ਵਲੰਟੀਅਰ ਨੇ ਸਾਡੀ ਪਾਰਟੀ ਦੇ ਵਿੱਚ ਕੰਮ ਕਰਦੇ ਪਏ ਨੇ, ਉਹ ਸਾਰਿਆਂ ਨੂੰ ਉਹ ਪਾਰਟਿਸਿਪੇਟ ਕਰਦੇ ਪਏ ਨੇ, ਬੜੇ ਐਕਸਾਈਟਡ ਹੋਏ ਨੇ। ਪਰ ਉਹਨਾਂ ਨੂੰ ਜਿੰਨਾ ਮਟੀਰੀਅਲ ਕੈਂਡੀਡੇਟਸ ਪਹੁੰਚਾਉਣਗੇ ਓਨਾ ਹੀ ਚੰਗਾ। ਬਾਕੀ ਵੈਬਸਾਈਟ ਦੇ ਵਿੱਚ ਸਾਰਾ ਕੁਝ ਹੈਗਾ। ਜਿਹੜੇ ਲੋਕ ਪੈਸੇ ਡੋਨੇਟ ਕਰਦੇ ਨੇ, ਇਨਫੋਰਮੇਸ਼ਨ ਜਿਹੜੀ ਮੇਰੇ ਕੋਲ ਹੈ, ਸਾਰਿਆਂ ਕੋਲ, ਕੋਈ ਸਪੈਸ਼ਲ ਨਹੀਂ ਮੇਰੇ ਕੋਲ ਆਈ ਕਿ ਉਹਨਾਂ ਮੈਨੂੰ ਇਕੱਲੇ ਨੂੰ ਭੇਜਿਆ ਵੀ ਤੁਸੀਂ ਜਾ ਕੇ ਬੋਲੋ। ਸਾਰਿਆਂ ਦਾ ਹੱਕ ਬਣਦਾ, ਕਿਉਂਕਿ ਮੇਰੇ ਕੋਲ ਐਕਸੈਸ ਹੈਗਾ। ਸੋ ਮੈਂ ਆ ਕੇ ਆਪਣੇ ਆਪ ਨੂੰ ਸਗੋਂ ਐਕਸਪੋਜ਼ ਕਰਨਾ
ਬੜੇ ਮੈਂ ਸਮਝਦਾ ਵੀ ਬੜਾ ਮੁਸ਼ਕਲ ਹੈ ਕਈ ਵਾਰੀ ਸਟੈਂਡ ਲੈਣੇ, ਪਰ ਇਹ ਅਸੀਂ ਕੀ ਕਹਿੰਦੇ ਨੇ ਵੀ ਸਾਡੀ ਪਾਰਟੀ ਦੀ ਲਾਈਨ ਏਡੀ ਵੱਡੀ ਹੈ, ਸਾਨੂੰ ਵੀ ਇਹਦੀ ਛੋਟੀ ਕਰਨ ਦੀ ਜ਼ਰੂਰਤ ਕੋਈ ਨਹੀਂ। ਸੋ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨਾ ਵੀ ਪੜ੍ਹੋ, ਇਹਦੇ ਬਾਰੇ ਸੁਣੋ ਆ ਕੇ। ਜੇ ਕਿਸੇ ਨੇ ਕਿਸੇ ਨੂੰ ਕੋਈ ਸਵਾਲ ਹੈਗਾ ਆਪਣੇ ਕੈਂਡੀਡੇਟਸ ਨੂੰ ਪੁੱਛ ਲਓ, ਸਾਡੀ liberal.ca ਤੇ ਜਾ ਕੇ ਪਾਲਿਸੀ ਦਾ ਪਲੇਟਫਾਰਮ ਹੈਗਾ। ਸੋ ਥੈਂਕ ਯੂ ਸੋ ਮਚ ਸਾਰਿਆਂ ਦਾ, ਸਾਂਝਾ ਟੀਵੀ ਦਾ ਬਹੁਤ ਧੰਨਵਾਦ ਜੀ। ਥੈਂਕ ਯੂ ਸੋ ਮਚ ਡਾਕਟਰ ਚੀਮਾ, ਤੁਹਾਡੇ ਨਾਲ ਗੱਲ ਹੋਈ ਤੇ ਅਗਲੀ ਵਾਰੀ ਫਿਰ ਗੱਲ ਕਰਾਂਗੇ ਜਦੋਂ ਕੋਈ ਹੋਰ ਨਵੀਂ ਅਨਾਉਂਸਮੈਂਟ ਆਉਂਦੀ ਹੈ, ਨਵੀਂ ਪਾਲਿਸੀ ਆਉਂਦੀ ਹੈ। ਧੰਨਵਾਦ ਅੱਜ ਦੇ ਲਈ। ਥੈਂਕ ਯੂ। ਬਿਲਕੁਲ, ਅੱਜ ਡਾਕਟਰ ਚੀਮਾ ਦੇ ਨਾਲ ਗੱਲ ਹੋਈ ਜਿਨ੍ਹਾਂ ਨੇ ਲਿਬਰਲ ਪਾਲਿਸੀਜ਼ ਬਾਰੇ ਦੱਸਿਆ ਕਿ ਕੀ ਪਲੇਟਫਾਰਮ ਜਾਰੀ ਕੀਤਾ ਗਿਆ 2021 ਦੇ ਲਈ, ਕਿਹੜੇ-ਕਿਹੜੇ ਵਾਅਦੇ ਕੀਤੇ ਗਏ ਨੇ। ਹੁਣ ਤੁਸੀਂ ਦੇਖਣਾ ਕਿ 2016 ਤੋਂ ਲੈ ਕੇ 2019 ਤੇ ਫਿਰ 2019 ਤੋਂ ਲੈ ਕੇ 2021 ਤੱਕ ਕਿਹੜੇ-ਕਿਹੜੇ ਵਾਅਦੇ ਪੂਰੇ ਕੀਤੇ ਗਏ ਨੇ, ਕਿਹੜੇ-ਕਿਹੜੇ ਲਾਰੇ ਲਗਾਏ ਗਏ ਨੇ, ਕਿਹੜੀ ਪਾਰਟੀ ਤੁਹਾਡੇ ਕਰੀਬ ਹੈ, ਕਿਹੜੀ ਪਾਰਟੀ ਨੂੰ ਤੁਸੀਂ ਵੋਟ ਪਾਉਣੀ ਹੈ। ਜਿਵੇਂ ਡਾਕਟਰ ਚੀਮਾ ਨੇ ਕਿਹਾ ਕਿ ਆਨਲਾਈਨ ਸਾਰੀ ਇਨਫੋਰਮੇਸ਼ਨ ਪਈ ਹੈ, ਤੁਸੀਂ ਇਨਫੋਰਮੇਸ਼ਨ ਤੱਕ ਪਹੁੰਚ ਕਰ ਸਕਦੇ ਆ ਤੇ ਇਹ ਤੁਹਾਡੀ ਵੋਟ ਹੈ, ਤੁਹਾਡਾ ਹੱਕ ਹੈ, ਤੁਸੀਂ ਆਪਣਾ ਕੈਂਡੀਡੇਟ ਖੁਦ ਚੁਣਨਾ, ਚਾਹੇ ਉਹ ਲਿਬਰਲ ਹੋਵੇ, ਚਾਹੇ ਕੰਜ਼ਰਵੇਟਿਵ, ਚਾਹੇ ਐਨਡੀਪੀ। ਪਰ ਇਹ ਦੇਖੋ ਕਿ ਉਹ ਲੋਕਾਂ ਲਈ ਕੰਮ ਕਰ ਰਿਹਾ ਜਾਂ ਨਹੀਂ ਕਰ ਰਿਹਾ। ਵੋਟਾਂ ਦੇ ਲਈ ਅਸੀਂ ਤੁਹਾਡੇ ਤੱਕ ਇਨਫੋਰਮੇਸ਼ਨ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ ਟੀਵੀ ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।